ਤੋਂ ਨਾਲ ਜਿਹੜੀ ਹੈਗੇ ਖੈਰ ਦੇ ਜੰਗਲ ਇਹ ਪਹਿਲਾਂ ਤੋਂ ਲੱਗੇ ਹੋਏ ਨੇ, ਮੇਰੇ ਹਿੱਸੇ ਆਏ ਸੀਗੇ। ਤੇ ਜਿਹੜੀ ਇਹਦੇ ਵਿੱਚ ਪਲੇਨ ਜ਼ਮੀਨ ਹੈ ਅਸੀਂ ਉਹਦੇ ਵਿੱਚ ਆਰਗੈਨਿਕ ਖੇਤੀ ਕਰਦੇ ਹਾਂ। ਇਸ ਚੀਜ਼ ਦੀ ਖਾਸੀਅਤ ਇਹ ਹੈ ਵੀ ਮਾਲਵੇਸੀ ਫੈਮਿਲੀ ਦਾ ਤੇ ਇਹ ਜ਼ਮੀਨ 'ਚ ਨਾਈਟ੍ਰੋਜਨ ਪੈਦਾ ਕਰਦਾ। ਇਹਦਾ 12 ਸਾਲ ਦੇ ਵਿੱਚ ਇਹ ਕੋਈ 10-12 ਫੁੱਟ ਲੱਕੜ ਬਣ ਜਾਂਦੀ ਹੈ ਇਹਦੀ ਚੰਗੀ। ਤੇ ਅੱਜ ਦਾ ਭਾਅ ਇਹਦਾ ਸਕੁਆਇਰ ਫੁੱਟ ਲੱਕੜੀ ਦਾ ਵਾਈਟ ਟੀਕ ਦਾ 2.5 ਤੋਂ ਲੈ ਕੇ 3000 ਹੈ। ਤੇ ਦੂਸਰੀ ਗੱਲ ਇਹ 'ਚ ਫਰੂਟ ਲੱਗਦਾ ਹੈਗਾ, ਇੱਕ ਗੰਭਾਰ ਕਹਿੰਦੇ ਨੇ ਹਿੰਦੀ 'ਚ। ਤੋ ਐਸਿਡਿਟੀ ਵਾਸਤੇ ਸਭ ਤੋਂ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਵੀ 1 ਮਹੀਨਾ ਜੇ ਤੁਸੀਂ ਖਾ ਲਵੋ ਤੁਸੀਂ ਸਾਲ ਭਰ ਵਾਸਤੇ ਤੁਹਾਨੂੰ ਐਸਿਡਿਟੀ ਨਹੀਂ ਹੁੰਦੀ। 12 ਸਾਲ ਬਾਅਦ ਇਹ ਬੂਟਾ ਉਮੀਦ ਨਾਲ ਵੀ ਇੱਕ ਬੂਟਾ 10,000 ਦਾ ਇੱਕ ਬੂਟਾ ਵਿਕੂਗਾ। ਇਹ ਮਿੱਠਾ ਨਿੰਬੂ ਕਿਹਾ ਜਾਂਦਾ, ਨਿੰਬੂ ਵਾਲਾ ਸਾਈਜ਼ ਹੁੰਦਾ ਤੇ ਇਹ ਵੀ ਆਯੁਰਵੈਦਿਕ ਬੂਟਾ ਹੈਗਾ। ਇਹਦੇ 'ਚ ਨੈਚੁਰਲ ਕਲੋਰੀਕਿਨ ਹੁੰਦੀ ਹੈ। ਉਹ ਟਾਈਮ ਚਲੇ ਗਿਆ ਕਿ ਹੁਣ ਦਿਖਾ ਕੇ ਲੋਕੀ ਬਥੇਰਾ ਰਿਜਲੇ, ਹੁਣ ਪਤਾ ਲੱਗ ਜਾਣਾ ਵੀ ਖੇਤੀ ਕੀ ਹੁੰਦੀ ਹੈ। ਐਲੋਵੇਰਾ ਤਾਂ ਤੁਹਾਨੂੰ ਕਰਨ ਦਾ ਤਰੀਕਾ ਇਹਦੀ ਕਾਸ਼ਤ ਕਰਨੀ ਆਉਣੀ ਚਾਹੀਦੀ ਤਾਂ ਕਾਮਯਾਬ ਹੈ। ਤੇ ਜੇ ਤੁਸੀਂ ਇਹਦੀ ਪ੍ਰੋਸੈਸਿੰਗ ਨਹੀਂ ਕਰ ਸਕਦੇ ਫਿਰ ਇਹ ਬਿਲਕੁਲ ਵੀ ਕਾਮਯਾਬ ਨਹੀਂ ਹੈ। ਜਦੋਂ ਪਾਣੀ ਮੁੱਕ ਗਿਆ, ਜੀਰੀ ਨਾ ਹੋਈ ਤਾਂ MSP ਦਾ ਕੀ ਕਰੋਗੇ? ਤੇ ਫਿਰ ਜੀਰੀ ਪੈਦਾ ਨਹੀਂ ਤੇ ਫਿਰ ਕੁਝ ਹੋਰ ਤਾਂ ਕਰੋਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੰਨਦਾਤਾ। ਤੇ ਅੱਜ ਮੈਂ ਹਾਂ ਪਿੰਡ ਰਾਜਗਿਰੀ, ਜਿਹੜਾ ਰੋਪੜ ਸ਼ਹਿਰ ਉੱਥੋਂ ਤਕਰੀਬਨ 16 ਕਿਲੋਮੀਟਰ ਅੰਦਰ ਆ ਕੇ ਨੂਰਪੁਰ ਬੇਦੀ ਵਾਲੀ ਸਾਈਡ ਪਹਾੜਾਂ ਦੇ ਵਿੱਚ ਨੂੰ ਇਹ ਪਿੰਡ ਵਸਿਆ ਹੋਇਆ। ਤੇ ਇੱਥੋਂ ਦੇ ਕਿਸਾਨ ਹਰਿੰਦਰ ਸਿੰਘ ਜੀ ਕਾਫੀ ਲੰਮੇ ਅਰਸੇ ਤੋਂ ਖੇਤੀ ਨਾਲ ਜੁੜੇ ਹੋਏ ਨੇ, ਆਰਗੈਨਿਕ ਖੇਤੀ ਕਰਦੇ ਨੇ। ਤੇ ਅੱਜ ਅਸੀਂ ਉਹਨਾਂ ਦਾ ਫਾਰਮ ਤੁਹਾਨੂੰ ਦਿਖਾ ਦਿੰਦੇ ਹਾਂ। ਪਹਿਲਾਂ ਮੈਂ ਕਹੂੰਗਾ ਵੀ ਕੈਮਰੇ ਤੇ ਤੁਹਾਨੂੰ ਦਿਖਾਈਏ, ਕਿਉਂਕਿ ਜਿਹੜੀ ਜਗ੍ਹਾ ਨੂੰ ਆਬਾਦ ਕੀਤਾ ਹੈ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਬੜੀਆਂ ਮਿਹਨਤਾਂ ਮੁਸ਼ੱਕਤਾਂ ਦੇ ਨਾਲ ਜਿਹੜਾ ਪੰਜਾਬੀਆਂ ਨੇ ਇਹ ਆਪਣੇ ਇਤਿਹਾਸ 'ਚ ਦਰਜ ਕਰਵਾਈ ਹੈ ਕਿ ਜ਼ਮੀਨ ਜਿਹੋ ਜਿਹੀ ਮਰਜ਼ੀ ਹੋਵੇ, ਜਿੱਥੇ ਪੰਜਾਬੀ ਪਹੁੰਚ ਜਾਣ ਉਹ ਫਿਰ ਉੱਥੇ ਤਾਂ ਹਰਿਆਵਲ ਕਰ ਹੀ ਦਿੰਦੇ ਨੇ। ਤੇ ਅੱਜ ਤੁਸੀਂ ਦੇਖ ਲਓ ਪਹਾੜ ਬਣੇ ਹੋਇਆ ਤੇ ਹਰ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਮੈਨੇਜ ਕਰਕੇ ਪੂਰਾ ਵਧੀਆ ਫਾਰਮ ਆ ਜਿਹੜਾ ਇੱਥੇ ਬਣਾਇਆ ਹੋਇਆ। ਆਰਗੈਨਿਕ ਖੇਤੀ ਕਰਦੇ ਨੇ। ਮਾਲਟਾ ਕਹਿ ਦਈਏ, ਫਲਦਾਰ ਬੂਟਿਆਂ ਦੀ ਗੱਲ ਕਰੀਏ ਤੇ ਇਸ ਤੋਂ ਬਿਨਾਂ ਪਿਆਜ਼ ਦੀ ਪਨੀਰੀ ਹੋਵੇ, ਕਿਹੜੀ ਸ਼ੈ ਨਹੀਂ ਜਿਹੜੀ ਇਹਨਾਂ ਨੇ ਇੱਥੇ ਲਗਾਈ ਨਹੀਂ ਹੋਈ। ਸੋ ਪਹਿਲਾਂ ਤਾਂ ਹਰਿੰਦਰ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਪ੍ਰੋਗਰਾਮ ਦੇ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ ਦਾ। ਤਾਂ ਵਿੱਚ ਵੈਲਕਮ ਸਰ। ਤੇ ਅੱਜ ਤੁਹਾਡੇ ਇੱਥੇ ਫਾਰਮ ਤੇ ਆਉਣ ਦਾ ਸਾਨੂੰ ਮੌਕਾ ਮਿਲਿਆ ਪਹਾੜਾਂ ਦੇ ਵਿੱਚ, ਤੇ ਬੜੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਜੀ ਜਗ੍ਹਾ ਤੇ ਆ ਕੇ। ਤੇ ਫਿਰ ਤੁਸੀਂ ਇੱਥੇ ਜਿਹੜੀ ਆਪਣੀ ਖੇਤੀ ਦੀ ਗੱਲ ਕਰੀਏ ਤਾਂ ਬੜੀ ਮੁਸ਼ਕਿਲ ਆਈ ਹੋਊਗੀ ਖੇਤਾਂ ਨੂੰ ਪੂਰੀ ਤਰ੍ਹਾਂ ਮੈਨੇਜ ਕਰਨ ਦੇ ਵਿੱਚ। ਚੰਡੀਗੜ੍ਹ ਤੋਂ ਇੱਥੇ ਆ ਕੇ ਕਿਵੇਂ ਸਬੱਬ ਬਣਿਆ ਖੇਤੀ ਕਰਨ ਦਾ? ਇਹ ਤਾਂ ਸਰ ਮੈਂ 2004 'ਚ ਮੈਨੂੰ ਬਹੁਤ ਸਸਤੀ ਜ਼ਮੀਨ ਮਿਲ ਗਈ ਸੀਗੀ ਜੀ। ਤੇ ਉਦੋਂ ਤੋਂ ਬਾਅਦ ਫਿਰ ਅਸੀਂ ਥੋੜ੍ਹਾ ਕਰਕੇ ਇਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਜੀ। ਵੈਸੇ ਤਾਂ ਇਹ ਆਲਰੇਡੀ ਇਹ ਖੇਤ ਐਜ ਇਟ ਇਜ਼ ਜੋ ਬਣੇ ਹੋਏ ਸੀਗੇ, ਅਸੀਂ ਤਾਂ ਆ ਕੇ ਇਹਨਾਂ ਨੂੰ ਠੀਕ ਕੀਤਾ ਹੈ। ਸਟੈਪ ਲੇਅਰਿੰਗ ਪਹਿਲੇ ਤੋਂ ਤਿਆਰ ਸੀਗੀ ਇਹ, ਕਿ ਜੋ ਪਹਿਲਾਂ ਵੀ ਕੋਈ ਖੇਤੀ ਕਰਦਾ ਹੋਣਾ ਇੱਥੇ ਜੀ ਜੀ। ਤੇ ਅਸੀਂ 5-6 ਸਾਲ ਤੋਂ ਇੱਥੇ ਲੱਗੇ ਹੋਏ ਹਾਂ ਆਰਗੈਨਿਕ ਖੇਤੀ ਕਰਨ ਦੇ। ਤੇ ਸਾਨੂੰ ਇਹਦੇ 'ਚ 3 ਸਾਲ ਹੋ ਗਏ ਪਲਾਂਟੇਸ਼ਨ ਸ਼ੁਰੂ ਕੀਤੇ ਨੂੰ ਜੀ। ਤੇ ਹੁਣ ਅਸੀਂ ਇਹਦੇ ਵਿੱਚ 5 ਏਕੜ ਦੇ ਕਰੀਬ ਜ਼ਮੀਨ ਹੈਗੀ, ਇਹਦੇ ਵਿੱਚ ਅਸੀਂ ਮਾਲਟਾ ਲਾਇਆ ਹੈਗਾ। ਠੀਕ ਹੈ। ਤੇ ਮਾਲਟੇ ਦੀਆਂ ਸਾਨੂੰ ਜਲੰਧਰ ਇੱਕ ਰਿਸਰਚ ਸੈਂਟਰ ਹੈਗਾ ਸੈਂਟਰ ਦਾ, ਉੱਥੋਂ 5-6 ਵੈਰਾਈਟੀਆਂ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਰਿਸਰਚ ਕਰਨ ਵਾਸਤੇ। ਤੇ ਕੁਛ ਮਾਲਟਾ ਅਸੀਂ 3 ਸਾਲ ਪਹਿਲਾਂ ਲਾਇਆ, ਫਿਰ ਪਿਛਲੇ ਸਾਲ ਲਾਇਆ ਹੈਗਾ। ਤੇ 3 ਸਾਲ ਵਾਲੇ ਜਿਹੜਾ ਪਹਿਲਾ ਮਾਲਟਾ ਸੀਗਾ ਉਹਨੂੰ ਫਲ ਐਤਕੀ ਆ ਗਿਆ ਸੀ, ਥੋੜ੍ਹਾ ਬਹੁਤ ਆਇਆ ਹੈਗਾ। ਅਗਲੇ ਸਾਲ ਕਹਿੰਦੇ ਸੀ ਵੀ ਠੀਕ ਆਊਗਾ। ਤੇ ਬਾਕੀ ਅਸੀਂ ਜ਼ਮੀਨ ਦੇ ਇਹਦੇ ਵਿੱਚ ਅਸੀਂ ਕਣਕ ਬੀਜੀ ਹੋਈ ਹੈ ਸੋਨਾ ਮੋਤੀ, ਜਿਹੜੀ ਤੁਸੀਂ ਉਹ ਨਵੀਂ ਸੋਨਾ ਮੋਤੀ ਕਣਕ ਨਿਕਲੀ ਹੈਗਾ, ਜਿੱਦਾਂ ਕਿ ਉਹ ਗਲੂਟਨ ਵੈਲਿਊ 50% ਹੁੰਦੀ ਹੈ, ਸਭ ਜਾਣਦੇ ਹੀ। 80 ਰੁਪਏ ਕਿਲੋ ਵਿਕਦੀ ਹੈ ਸਾਡੀ, 100 ਰੁਪਏ ਕਿਲੋ ਆਟਾ ਵਿਕਦਾ ਇਹਦਾ। ਤੇ ਬਾਕੀ ਅਸੀਂ ਇੱਥੇ ਪਿਆਜ਼ ਦਾ ਬੀਜ ਵਾਸਤੇ ਲਾਇਆ ਹੋਇਆ, ਲਸਣ ਲਾਇਆ ਹੋਇਆ, ਕਣਕ ਲਾਈ ਹੋਈ ਹੈ। ਤੇ ਕੁਛ ਮੈਂ ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਨਿੰਬੂ ਲਾਏ ਨੇ। ਤੇ ਵਿੱਚ ਮਿੱਠਾ ਨਿੰਬੂ ਇੱਕ ਹੁੰਦਾ, ਸਵੀਟ ਲੈਮਨ ਕਹਿੰਦੇ ਨੇ, ਉਹ ਵੀ ਅਸੀਂ ਲਾਏ ਹੋਏ ਨੇ ਤੇ ਬੂਟੇ। ਤੇ ਉਮੀਦ ਹੈ ਵੀ ਅਗਲੇ ਸਾਲ ਤੋਂ ਸਾਨੂੰ ਇਹਦੇ ਫਲ ਮਿਲਣਾ ਸ਼ੁਰੂ ਹੋ ਜਾਊਗਾ। ਪਾਸੇ ਤੋਂ ਆਪਾਂ ਹੁਣ ਜਿਵੇਂ ਕਹਿ ਦਈਏ ਪੂਰੀ ਮੁਸ਼ੱਕਤ ਦੇ ਨਾਲ ਗੱਡੀ ਉੱਤੇ ਲਿਆਂਦੀ ਆ ਆਪਾਂ ਨੇ, ਇੱਧਰੋਂ ਇੱਕ ਵੱਢ ਤੋਂ ਸ਼ੁਰੂ ਕਰ ਲੈਂਦੇ, ਨਾਲ ਦੀ ਨਾਲ ਫਸਲਾਂ ਦੀ ਜਾਣਕਾਰੀ ਦਿੰਦੇ ਜਾਂਦੇ ਆ। ਤੇ ਇਹ ਜਿਹੜਾ ਤੁਸੀਂ ਪਿਆਜ਼ ਦੀ ਪਨੀਰੀ ਲਗਾਈ ਹੋਈ ਆ, ਸਾਰਾ ਕੁਝ ਹੁਣ ਅੱਗੇ ਕਰ ਰਹੇ ਹੋ, ਤੇ ਕਿੰਨੀ ਰਕਬਾ ਆ ਔਰ ਤੁਹਾਡੇ ਕੋਲ ਤਕਰੀਬਨ ਕਿੰਨੇ ਏਕੜ ਜਗ੍ਹਾ? ਇਹਦੇ ਟੋਟਲ ਮੇਰਾ ਏਰੀਆ ਜੀ 32 ਕਿੱਲੇ ਹੈਗਾ ਜੀ। ਤੇ ਉਹਦੇ ਵਿੱਚ ਕੋਈ 25 ਕਿੱਲੇ ਅਸੀਂ ਜ਼ਮੀਨ ਵਾਹੁੰਦੇ ਹਾਂ ਤੇ 5-6 ਕਿੱਲੇ ਮੇਰੇ ਕੋਲ ਖੈਰ ਹੈਗਾ, ਖੈਰ ਦੇ ਜੰਗਲ ਹੈਗੇ ਨੇ।
ਤੇ ਫਿਰ ਪਹਾੜ ਵੀ ਤੁਹਾਡੇ ਹਿੱਸੇ ਆਏ ਸਾਰੇ ਇਹ ਇੱਥੇ ਜਿਹੜਾ ਜਗ੍ਹਾ ਹਾਂਜੀ ਨਾਲ ਲੱਗਦੇ ਪਹਾੜ ਬਾਉਂਡਰੀਜ਼ ਹੈਗੀਆਂ ਨੇ ਆ ਉੱਪਰ ਤੋਂ ਨਾਲ ਜਿਹੜੀਆਂ ਹੈਗੇ ਖੈਰ ਦੇ ਜੰਗਲ ਇਹ ਪਹਿਲਾਂ ਤੋਂ ਲੱਗੇ ਹੋਏ ਨੇ ਮੇਰੇ ਹਿੱਸੇ ਆਏ ਸੀਗੇ ਹੂੰ, ਤੇ ਜਿਹੜੀ ਇਹਦੇ ਵਿੱਚ ਪਲੇਨ ਜ਼ਮੀਨ ਹੈ ਅਸੀਂ ਉਹਦੇ ਵਿੱਚ ਆਰਗੈਨਿਕ ਖੇਤੀ ਕਰਦੇ ਹਾਂ ਹੂੰ, ਹੂੰ, ਤੇ ਆ ਸਾਰੀ ਆ ਦੇਖੋ ਜੀ ਪਿਆਜ਼ ਦੀ ਅਸੀਂ ਲਾਈ ਰੱਖੀ ਹੈ ਤੇ ਬੀਜ ਬਣਾਵਾਂਗੇ ਪਿਛਲੇ ਸਾਲ ਅਸੀਂ ਇਹ ਆਰਗੈਨਿਕ ਪਿਆਜ਼ ਲਾਇਆ ਸੀਗਾ ਹੂੰ। ਤੇ ਐਤਕੀ ਬੀਜ ਬਣਾਵਾਂਗੇ ਤੇ ਗਾਹਾਂ ਤੋਂ ਅਸੀਂ ਸੋਚ ਰਹੇ ਹਾਂ ਵੀ ਐਫਪੀਓ ਬਣਾ ਕੇ ਇਹ ਜਿਹੜੀ ਖੇਤੀ ਹੈ ਲੋਕਾਂ ਨਾਲ ਮਿਲ ਕੇ ਸਾਂਝ ਕਰਕੇ ਚੱਲੀਏ ਕਿਉਂਕਿ ਜ਼ਮੀਨ ਦਾ ਵੀ ਕਾਫੀ ਫਰਕ ਹੈ, ਵਧੀਆ ਉਪਜਾਊ ਜ਼ਮੀਨ ਹੈ ਇੱਥੇ। ਇਹ ਨਹੀਂ ਹੈਗਾ ਵੀ ਲੰਮੇ ਸਮੇਂ ਤੋਂ ਜ਼ਹਿਰਾਂ ਪਾ ਪਾ ਕੇ ਜ਼ਮੀਨ ਦੀ ਤਾਕਤ ਤੇ ਮਾਰਤੀ, ਤਾਂ ਕਰਕੇ ਆਰਗੈਨਿਕ ਖੇਤੀ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਉਰੇ। ਹਾਂਜੀ ਇੱਥੇ ਤਾਂ ਕਦੇ ਜ਼ਹਿਰ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਸੰਨ 2004 ਤੋਂ ਤਾਂ ਇੱਥੇ ਕੋਈ ਜ਼ਹਿਰ ਵਾਲੀ ਗੱਲ ਹੀ ਨਹੀਂ ਹੈਗੀ ਜੀ। ਪਹਿਲਾਂ ਵੀ ਬੰਜਰ ਜ਼ਮੀਨ ਪਈ ਸੀਗੀ ਤੇ ਕੋਈ ਖੇਤੀ ਨਹੀਂ ਸੀ ਹੁੰਦੀ, ਅਸੀਂ ਆ ਕੇ ਸ਼ੁਰੂ ਕੀਤੀ ਹੈ ਤੇ ਹੁਣ ਅਸੀਂ ਇੱਥੇ ਸੋਚ ਰਹੇ ਹਾਂ ਵੀ ਇਸ ਨੂੰ ਕਣਕ ਦੀ ਜਗ੍ਹਾ ਐਲੋਵੇਰਾ ਤੇ ਨਾਲ ਜਿਵੇਂ ਮਾਲਟੇ ਦਾ ਬਾਗ ਹੈ ਤੇ ਇਹਦੇ ਵਿੱਚ ਨਾਲ ਹੋਰ ਚੀਜ਼ਾਂ ਸ਼ੁਰੂ ਕਰੀਏ। ਇੱਥੇ ਸਾਡੀ ਖਾਸ ਗੱਲ ਹੈ ਕਿ ਵੀ ਅਸੀਂ ਇੱਥੇ ਨਾ ਮਾਲਟਾ ਵੀ ਲਾਇਆ ਹੋਇਆ ਹੈਗਾ, ਕਿੰਨੂ ਹੈ, ਮਗਰ ਆ ਜਿਹੜੇ ਪਰਲੇ ਪਾਸੇ ਤੁਸੀਂ ਪੇੜ ਦੇਖਦੇ ਹੋਗੇ ਨਾ ਵੱਡੇ ਆ ਜਿਵੇਂ ਪੇੜ ਲੱਗਿਆ ਹੋਇਆ ਜੀ, ਇਹ ਵਾਈਟ ਟੀਕ ਹੈਗਾ, ਮਲਾਈਨਾ ਆਰਬੋਰੀਆ ਕਹਿੰਦੇ ਜੀ ਇਸ ਨੂੰ, ਮਲੇਸ਼ੀਅਨ ਟੀਕ ਵੀ ਕਹਿੰਦੇ ਆ। ਇਸ ਟੀਕ ਦੀ ਖਾਸੀਅਤ ਇਹ ਹੈ ਵੀ ਮਾਲਵੇਸੀ ਫੈਮਿਲੀ ਦਾ ਤੇ ਇਹ ਜ਼ਮੀਨ 'ਚ ਨਾਈਟ੍ਰੋਜਨ ਪੈਦਾ ਕਰਦਾ। ਇਹਦੇ ਥੱਲੇ ਕੋਈ ਵੀ ਫਸਲ ਹੋ ਜਾਂਦੀ ਹੈ, ਕੋਈ ਨੁਕਸਾਨ ਨਹੀਂ ਹੁੰਦਾ। ਵੀ ਇਹਦੇ ਵਿੱਚ ਅਸੀਂ ਮਾਲਟਾ ਵੀ ਲਾਇਆ ਤੇ ਥੱਲੇ ਅਸੀਂ ਤੀਸਰੀ ਫਸਲ ਵੀ ਅਸੀਂ ਉਹ ਪਿਆਜ਼ ਵੀ ਲਾ ਰੱਖਿਆ। ਅੱਗੇ ਚੱਲ ਕੇ ਦਿਖਾਣੀ ਹੈ ਤੁਹਾਨੂੰ ਵੀ ਇਹਦੇ ਨਾਲ ਜਿਵੇਂ ਕਹਿੰਦੇ ਆ ਜੀ ਮਾਲਟਾ ਲਾ ਲਿਆ ਜਾਂ ਲਾ ਲਿਆ ਥੱਲੇ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਦਿਖਾਉਂਦੇ ਆ ਵੀ ਬਿਲਕੁਲ ਆ ਸਾਹਮਣੇ ਪੇੜ ਹੈਗੇ ਨੇ, ਇਹਨਾਂ ਦੀ ਜੜ੍ਹਾਂ ਦੇ ਵਿੱਚ ਵੀ ਫਸਲ ਦੂਸਰੇ ਨਾਲ ਜ਼ਿਆਦਾ ਹੁੰਦੀ ਕਿਉਂਕਿ ਨਾਈਟ੍ਰੋਜਨ ਫਿਕਸ ਕਰਦਾ ਹੈ ਜੀ ਜੀ। ਔਰ ਇਸ ਨੂੰ ਬਾਹਲਾ ਪਾਣੀ ਨਹੀਂ ਚਾਹੀਦਾ। 12 ਸਾਲ ਦੇ ਵਿੱਚ ਇਹ ਕੋਈ 10-12 ਫੁੱਟ ਲੱਕੜ ਬਣ ਜਾਂਦੀ ਹੈ ਇਹਦੀ ਚੰਗੀ। ਤੇ ਅੱਜ ਦਾ ਭਾਅ ਇਹਦਾ ਸਕੁਆਇਰ ਫੁੱਟ ਲੱਕੜੀ ਦਾ ਵਾਈਟ ਟੀਕ ਦਾ 2.5 ਤੋਂ ਲੈ ਕੇ 3000 ਹੈ। ਠੀਕ ਹੈ। 10 ਹਾਂ ਆ ਜਿਹੜਾ ਦਰਖਤ ਹੈਗਾ ਨੇ ਸਾਹਮਣੇ ਇਹ ਵਾਈਟ ਟੀਕ ਲੱਗੀ ਹੈ ਚਾਰੋਂ ਪਾਸੇ। ਅਸੀਂ ਇੱਕ ਕਿੱਲੇ 'ਚ 200 ਬੂਟਾ ਤਾਂ ਵਾਈਟ ਟੀਕ ਲਾ ਰੱਖੀ ਹੈ ਜੀ, ਵਿੱਚ ਹੀ ਮਾਲਟਾ ਲਾ ਰੱਖਿਆ, ਚਾਰੋਂ ਪਾਸੇ ਵਾਈਟ ਟੀਕ ਹੈ। ਇੱਧਰ ਅਸੀਂ ਕਿ ਨਵੀਂ ਟ੍ਰਾਂਸਪਲਾਂਟ ਕਰਨੀ ਹੈ ਤੇ ਮਾਲਟੇ ਦੇ ਵਿੱਚ ਇੱਕ ਵਾਈਟ ਟੀਕ 'ਚ 12 ਬਾਈ 12 ਫੁੱਟ ਤੇ ਮਾਲਟਾ ਜੀ, ਵਿੱਚ ਹੀ ਵਾਈਟ ਟੀਕ ਹੈਗੀ ਆ ਤੇ ਬਾਉਂਡਰੀ ਤੇ ਸਾਰੀ ਵਾਈਟ ਟੀਕ ਹੈ। ਆ ਇੱਧਰ ਪਿਆਜ਼ ਪਾਣੀ ਦੀ ਸਮੱਸਿਆ ਤਾਂ ਫਿਰ ਕੋਈ ਹੋਣੀ ਨਹੀਂ ਹੈ। ਨਹੀਂ ਜੀ ਪਾਣੀ ਅਸੀਂ ਸਾਡੇ ਕੋਲ ਇੱਕ ਹੈਗਾ ਛੋਟਾ ਜਿਹਾ ਬੋਰ ਤੇ ਅਸੀਂ ਸੋਲਰ ਸਿਸਟਮ ਨਾਲ ਚਲਾਉਂਦੇ ਹਾਂ ਜੀ। ਤੇ ਇਹ ਜਿਹੜੇ 32 ਕਿੱਲਿਆਂ ਦੇ ਵਿੱਚ ਲੰਬਾਈ ਇਹਦੀ 1 ਕਿਲੋਮੀਟਰ ਤੋਂ ਜ਼ਿਆਦਾ ਹੈਗੀ ਇੱਕ ਫਾਰਮ ਦੀ ਤੇ ਅੰਡਰਗਰਾਉਂਡ ਪਾਈਪਿੰਗ ਕੀਤੀ ਹੋਈ ਤੇ ਇੱਕੋ ਮੋਟਰ ਨਾਲ ਅਸੀਂ 2.5 ਇੰਚ ਪਾਣੀ ਨਾਲ ਸਾਰਾ ਕੰਮ ਕਰਦੇ ਹਾਂ। ਤੇ ਥੋੜੀ ਜਿਹੀ ਸਰਦੀਆਂ 'ਚ ਜ਼ਰੂਰ ਆਉਂਦੀ ਹੈ ਵੀ ਜਦੋਂ ਹਨੇਰਾ ਮਤਲਬ ਕਿ ਧੁੰਦ ਹੁੰਦੀ ਨਹੀਂ ਚੱਲਦੀ, ਨਹੀਂ ਤਾਂ ਵੈਸੇ 12 ਮਹੀਨੇ 'ਚ 11 ਮਹੀਨੇ ਤਾਂ ਬਹੁਤ ਪਾਣੀ ਸਾਡੇ ਵਾਸਤੇ ਫਾਲਤੂ ਹੁੰਦਾ ਹੈ। ਆ ਮੰਨੇ ਬਣਾਏ ਹੋਏ ਨੇ ਇੱਥੋਂ ਫਿਰ ਜਾਨਵਰਾਂ ਜੁਗਰਾਂ ਦਾ ਔਖਾ ਕਰਦੇ ਹੋਣਗੇ। ਲੇਬਰ ਦੇ ਰਾਤ ਨੂੰ ਰਹਿਣ ਵਾਸਤੇ ਰਖਵਾਲੀ ਵਾਸਤੇ ਤੇ ਬਣਾਉਣੇ ਪੈਂਦੇ ਆ ਜੀ ਉੱਪਰ ਥੋੜਾ ਜਿਹਾ, ਥੱਲੇ ਸੱਪ ਸੁੱਪ ਦਾ ਰਾਤ ਨੂੰ ਡਰ ਹੁੰਦਾ। ਤੇ ਇਹ ਹੈਗਾ ਜੀ ਸਾਡੇ ਸਾਹਮਣੇ ਜਿਹੜਾ ਤੁਸੀਂ ਲੱਗਿਆ ਹੋਇਆ ਦੇਖ ਰਹੇ ਹੋ ਮਾਲਟਾ ਹੈਗਾ ਜੀ 3 ਸਾਲ ਦਾ ਹੋ ਚੁੱਕਿਆ ਤੇ ਇਹਦੇ ਵਿੱਚ ਜਿਹੜੇ ਬੂਟੇ ਹੈ ਵਾਈਟ ਟੀਕ ਹੈ ਜੀ। ਇਹ ਵਾਈਟ ਟੀਕ ਦੀ ਖਾਸੀਅਤ ਹੈ ਵੀ ਅੱਜ ਕੱਲ੍ਹ ਜਿਵੇਂ ਪੱਤੇ ਇਹਦੇ ਗਿਰ ਜਾਂਦੇ ਹੈਗੇ ਤਾਂ ਸਾਨੂੰ ਧੁੱਪ ਦੀ ਲੋੜ ਹੁੰਦੀ ਹੈ ਤੇ ਅਪ੍ਰੈਲ ਮਈ ਦੇ ਵਿੱਚ ਇਹਦੇ ਪੱਤਾ ਆ ਜਾਣਾ। ਇਹ ਜਿਹੜਾ ਵਾਈਟ ਟੀਕ ਹੈ ਇਹ ਵੀ ਨੇ ਆਯੁਰਵੈਦਿਕ ਬੂਟਾ ਹੈ ਜੀ। ਇੱਕ ਤਾਂ ਇਹਦੀ ਪਲਪ ਬਣਦਾ ਹੈਗਾ ਜਿਹੜਾ ਵਾਈਟ ਪੇਪਰ ਹੈ ਇਹ ਵਾਈਟ ਟੀਕ ਤੋਂ ਬਹੁਤ ਸਭ ਤੋਂ ਜ਼ਿਆਦਾ ਚੰਗਾ ਬਣਦਾ ਹੈ। ਤੇ ਦੂਸਰੀ ਗੱਲ ਇਹਦੇ 'ਚ ਫਰੂਟ ਲੱਗਦਾ ਹੈਗਾ ਇੱਕ ਗੰਭਾਰ ਕਹਿੰਦੇ ਨੇ ਹਿੰਦੀ 'ਚ। ਤੋ ਐਸਿਡਿਟੀ ਵਾਸਤੇ ਸਭ ਤੋਂ ਜ਼ਿਆਦਾ ਚੰਗਾ ਮੰਨਿਆ ਜਾਂਦਾ ਵੀ 1 ਮਹੀਨਾ ਜੇ ਤੁਸੀਂ ਖਾ ਲਵੋ ਤਾਂ ਸਾਲ ਭਰ ਵਾਸਤੇ ਤੁਹਾਨੂੰ ਐਸਿਡਿਟੀ ਨਹੀਂ ਹੁੰਦੀ। ਨੈਚੁਰਲ ਵੇ ਦੇ ਵਿੱਚ ਇਹਦਾ ਫਰੂਟ ਹੈ, ਜੰਗਲੀ ਜਾਨਵਰ ਵੀ ਬਹੁਤ ਖਾਂਦੇ ਨੇ, ਦਵਾਈਆਂ 'ਚ ਵੀ ਪੈਂਦਾ ਇਹਨਾਂ ਦਾ ਫਲ ਫਰੂਟ ਜਿਹੜਾ ਹੈਗਾ ਨਾ, ਦਵਾਈ ਵਾਲੇ ਵੀ ਯੂਜ਼ ਕਰਦੇ ਹੈਗੇ ਨੇ। ਉਹ ਵੀ ਖਾਣ 'ਚ ਬਹੁਤ ਵਧੀਆ ਸਵਾਦ ਖੱਟਾ ਮਿੱਠਾ ਜਿਹਾ ਹੁੰਦਾ ਹੈ। ਤੇਰਿੰਦਰ ਜੀ ਜਿਵੇਂ ਇਹ ਬੂਟਿਆਂ ਦੀ ਗੱਲ ਕਰੀਏ ਤਾਂ ਇਹ ਕਿਹੜੀ ਵੈਰਾਈਟੀ ਆ ਤੇ ਕਦੋਂ ਕੁ ਤੁਸੀਂ ਇੱਥੇ ਲਗਾਏ ਨੇ? ਕੋਈ ਫਲ ਫੁੱਲ ਮਿਲ ਗਿਆ ਹਜੇ ਤੱਕ ਇਹਨਾਂ ਇਹ ਜੀ ਰੈੱਡ ਬਲਸ਼ ਵੈਰਾਈਟੀ ਹੈਗੀ ਹੈ, ਲੱਗੀ ਹੋਈ 3 ਸਾਲ ਦਾ ਬੂਟਾ ਹੈਗਾ ਜੀ? ਐਤਕੀ ਕਿਸੇ ਬੂਟੇ ਨੂੰ ਥੋੜੇ ਬਹੁਤ ਫਲ ਆਏ ਸੀ ਮਗਰ ਚੌਥੇ ਪੰਜਵੇਂ ਸਾਲ ਤੇ ਜਾ ਕੇ ਇਹਨੂੰ ਪੂਰਾ ਫਲ ਆਉਂਦਾ ਹੈਗਾ। ਚਾਂਪ ਬਹੁਤ ਆ ਇੱਧਰ, ਪਪੂਲਰ ਵੀ ਕਈ ਅੱਗੇ ਚੱਲਿਆ ਸੀਗਾ ਪੰਜਾਬ ਦੇ ਵਿੱਚ। ਤੇ ਇਹ ਹੁਣ ਕਿੰਨੀ ਕੁ ਉਮਰ ਤੱਕ ਇਹ ਤਿਆਰ ਹੋ ਜਾਂਦੇ ਨੇ? ਕੀ ਸੋਚ ਕੇ ਤੁਸੀਂ ਲਾਇਆ ਇਹਨੂੰ? ਵੈਸੇ ਤਾਂ ਜੀ ਐਸੀ ਇਸ ਨੂੰ ਨਾਈਟ੍ਰੋਜਨ ਪੈਦਾ ਕਰਨ ਵਾਸਤੇ ਹੀ ਲਾਇਆ ਹੈ, ਕਿਤੇ ਛਾਂ ਵਾਸਤੇ ਲਾਇਆ। ਤੇ ਇਹ ਹੈ ਵੀ ਅਸੀਂ ਇਸ ਜਿਵੇਂ ਕਿੱਲੇ 'ਚ ਮਾਲਟਾ ਲੱਗਿਆ, ਵਾਈਟ ਟੀਕ ਲੱਗੀ ਹੈ ਤੇ ਸਟਾਕਿੰਗ ਵਾਸਤੇ ਇਹਦੇ ਵਿੱਚ ਕੱਲ੍ਹ ਨੂੰ ਤਾਰ ਲਾ ਕੇ ਇਹਦੇ ਵਿੱਚ ਅਸੀਂ ਟਮਾਟਰ ਜਾਂ ਕੋਈ ਘੀਆ ਵਗੈਰਾ ਦੀ ਬੇਲਾਂ ਚੜ੍ਹਾ ਕੇ ਵੀ ਇਹਦੇ ਕੰਮ ਕਰ ਸਕਦੇ ਹਾਂ।
ਕਿੰਨਾ ਕੁ ਨਹੀਂ, ਇਹ ਫਿਰ ਜੇ ਇਹਨੂੰ ਵੇਚਣ ਦੇ ਪਰਪਸ ਦੀ ਗੱਲ ਕਰੀਏ ਤਾਂ ਉਹ ਵੀ ਸੋਚ ਕੇ ਤੁਸੀਂ ਲਾਇਆ ਹੋਊਗਾ ਵੀ 5-6 ਸਾਲ ਤੱਕ ਕੀ ਜੰਗ ਹੋ ਜਾਂਦਾ, ਫਿਰ ਇਹਨੂੰ ਆਪਾਂ ਵੇਚ ਕੇ ਵੀ ਪੈਸੇ ਵੱਟ ਸਕਦੇ ਹਾਂ। ਇਹਦੀ ਉਮਰ ਤਾਂ ਜੀ ਜਦ ਤੱਕ ਇਹ 2 ਸਕੁਆਇਰ ਫੁੱਟ ਦਾ ਦੀ ਪੈਰੀਫਰੀ ਆਉਂਦੀ ਹੈ ਤੇ 12 ਸਾਲ ਲੱਗ ਜਾਂਦੇ ਨੇ। 12 ਸਾਲ ਬਾਅਦ ਇਹ ਬੂਟਾ ਉਮੀਦ ਨਾਲ ਵੀ ਇੱਕ ਬੂਟਾ 10,000 ਦਾ ਇੱਕ ਬੂਟਾ ਵਿਕੂਗਾ। 12 ਸਾਲ ਬਾਅਦ। ਹਾਂਜੀ 12 ਸਾਲ ਬਾਅਦ। ਮਤਲਬ ਕਿ ਇਹਦਾ ਨੁਕਸਾਨ ਨਹੀਂ ਹੈ, ਜਿਵੇਂ ਆਪਾਂ ਪਪੂਲਰ ਲਾ ਦਿੰਦੇ ਆ, ਸਫੈਦਾ ਲਾ, ਉਹਨਾਂ ਥੱਲੇ ਤਾਂ ਕੁਝ ਵੀ ਨਹੀਂ ਹੁੰਦਾ 1 ਸਾਲ ਤੋਂ ਬਾਅਦ। ਇਹਦੇ ਥੱਲੇ ਤੁਹਾਨੂੰ ਸਾਰਾ ਔਰਚਡ ਵੀ ਚੱਲੂਗਾ, ਸਾਡੇ ਮਾਲਟੇ ਵੀ ਚੱਲਣਗੇ। ਹੁਣ ਇਹਦੇ ਥੱਲੇ ਆ ਵੀ ਤੁਸੀਂ ਬਰਸੀਨ ਵੀ ਬੀਜ ਸਕਦੇ ਹੈਗੇ, ਪੱਠਿਆਂ ਵਾਸਤੇ ਜਵੀ ਵੀ ਬੀਜ ਸਕਦੇ ਹੋ। ਇਹਦਾ ਮਤਲਬ ਕਿ ਸਾਡੇ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੈਗਾ, ਜਿਹੜੀ ਵੀ ਸਾਡੀ ਜ਼ਮੀਨ ਹੈਗੀ ਪ੍ਰੋਪਰ ਯੂਜ਼ 'ਚ ਆਉਂਦੀ ਹੈ। ਅਤੇ ਇਹਦੇ ਵਿੱਚ ਸਾਨੂੰ ਕੋਈ ਘਾਟੇ ਵਾਲੀ ਨਹੀਂ ਹੈਗਾ ਵੀ ਅਸੀਂ 3 ਸਾਲ ਕੀ ਕਰਾਂਗੇ, 4 ਸਾਲ ਸਾਨੂੰ ਕੁਛ ਨਹੀਂ ਮਿਲਦਾ ਖਾਣ ਪੀਣ ਨੂੰ। ਅਤੇ ਅਸੀਂ ਲਗਾਤਾਰ ਇਹਦੇ ਵਿੱਚ ਫਸਲ ਲਈ ਹੈ 3 ਸਾਲ। ਅਗਲੇ ਸਾਲ ਤੋਂ ਅਸੀਂ ਕੋਈ ਛੋਟੀ ਫਸਲ ਜਿਹੜੀ ਨੀਚੇ ਰਹਿਣ ਵਾਲੀ ਫਸਲ ਉਹੀ ਪੈਦਾ ਕਰਾਂਗੇ। ਪਿਆਜ਼ ਹੈ, ਲਸਣ ਹੈ, ਬਰਸੀਨ ਹੈ, ਇਹੋ ਜਿਹੀ ਚੀਜ਼ਾਂ ਤਾਂ ਇਹ ਹੋ ਹੀ ਜਾਂਦੀਆਂ ਨੇ ਪੱਠਿਆਂ ਵਾਸਤੇ, ਚਾਰਿਆਂ ਵਾਸਤੇ। ਤੇ ਇਹ ਵੀ ਹੁੰਦਾ ਵੀ ਫਲਦਾਰ ਬੂਟਿਆਂ ਦੇ ਵਿੱਚ ਲਾਉਣੇ ਅਲੱਗ ਜੀ ਗੱਲ ਆ, ਕਿਉਂਕਿ ਤੁਹਾਨੂੰ ਪਤਾ ਹੋਵੇ ਦਰਖਤ ਬਾਰੇ, ਜਿਵੇਂ ਤੁਸੀਂ ਕਿਹਾ ਵੀ ਵਾਕਈ ਪਪੂਲਰਾਂ ਦੇ ਵਿੱਚ ਤਾਂ ਆਪਾਂ ਲਾ ਨਹੀਂ ਸਕਦੇ ਜ਼ਿਆਦਾ, ਹੈ ਨਾ। ਹੋਰ ਚੀਜ਼ਾਂ 1-2 ਸਾਲ ਕਣਕ ਕੁਣਕ ਲੱਗ ਜਾਂਦੀ ਜਾਂ ਗੰਨਾ ਗੁ ਲਾ ਲੈਂਦੇ, ਉਸ ਤੋਂ ਬਾਅਦ ਤਾਂ ਫਿਰ ਵੀ ਸਤਿ ਸ੍ਰੀ ਅਕਾਲ ਆ ਕੰਮ। ਇਹ ਇਹ ਤੁਸੀਂ ਲੱਗੇ ਹੋਏ ਦੇਖੇ ਸੀਗੇ ਪਹਿਲਾਂ, ਤੁਹਾਨੂੰ ਆਈਡੀਆ ਕਿੱਥੋਂ ਆਇਆ ਇਹ? ਨਾ ਫੋਰੈਸਟਰੀ ਨੇ ਕੋਈ 10-12 ਸਾਲ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਕੁਝ ਬੂਟੇ ਸਾਨੂੰ ਦਿੱਤੇ ਸੀਗੇ ਅਤੇ ਅਸੀਂ ਉਦੋਂ ਤਾਂ ਬੂਟੇ ਅਸੀਂ ਲਾਏ ਸੀਗੇ। ਅਤੇ ਇੱਥੇ ਆ ਕੇ ਅਸੀਂ ਨਵਾਂ ਬੂਟਾ ਲਾਇਆ ਹੈਗਾ। ਇਹ ਫੋਰੈਸਟਰੀ ਦਾ ਬੂਟਾ ਹੈਗਾ, ਹਿਮਾਚਲ ਯੂਪੀ 'ਚ ਬਹੁਤ ਜ਼ਿਆਦਾ ਲੱਗਿਆ ਹੋਇਆ ਜੀ। ਅਤੇ ਉੱਥੇ ਤਾਂ ਜੰਗਲਾਂ ਦੇ ਵਿੱਚ ਜਿੱਥੇ ਕੋਈ ਚੀਜ਼ ਨਹੀਂ ਹੁੰਦੀ, ਇਹ ਬੂਟਾ ਹੋ ਜਾਂਦਾ ਬੜੇ ਆਰਾਮ ਨਾਲ, ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਅਤੇ ਮਤਲਬ ਜਿਵੇਂ ਪੋਪੂਲਰ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਆ, ਜਾਂ ਫਿਰ ਆਪਾਂ ਸਫੇਦਾ ਲਾ ਲੈਂਦੇ, ਪਾਣੀ ਸੁਕਾ ਦਿੰਦਾ, ਇਹਦੇ 'ਚ ਕੋਈ ਗੱਲ ਨਹੀਂ ਹੈਗੀ। ਇਹਨੂੰ ਘੱਟ ਪਾਣੀ 'ਚ ਪੈਦਾ ਹੋ ਜਾਂਦਾ ਅਤੇ ਥੱਲੇ ਵੀ ਪੈਦਾਵਾਰ ਪੂਰੀ ਰੱਖਦਾ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਬੂਟੇ ਨੂੰ ਨਿੰਬੂ ਲੱਗੇ ਹੋਏ ਨੇ, ਦੇਖ ਕੇ ਜਿਹੜਾ ਰੂਹ ਖੁਸ਼ ਹੋ ਜਾਂਦੀ ਆ। ਪਰ ਤਸੱਲੀ ਕਦੀ ਉਦੋਂ ਹੁੰਦੀ ਨਹੀਂ ਹਰਿੰਦਰ ਜੀ, ਜਦੋਂ ਇਹ ਰੇਟ ਜਿਹਾ ਨਹੀਂ ਮਿਲਦਾ, ਕਿਉਂਕਿ ਜਿੰਨੀ ਸੋਹਣੀ ਫਸਲ ਆ ਉਹ ਮੰਨ ਕੇ ਆਉਂਦਾ ਵੀ ਵਾਕਈ ਜਿਹਦਾ ਰੇਟ ਵੀ ਸਹੀ ਮਿਲੇ ਤਾਂ ਉਨੀ ਖੁਸ਼ੀ ਨੂੰ ਲੱਗੀ ਹੋਏ ਨੂੰ ਦੇਖ ਕੇ ਹੋਵੇ। ਅਤੇ ਜੇਕਰ ਆਪਾਂ ਕੋਈ ਨਹੀਂ ਵੈਰਾਈਟੀ ਦੀ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਵੀ ਕੁੰਭ ਕਾਠ ਤੁਸੀਂ ਇਹ ਲਾਈ ਹੋਈ ਹੈ, ਅਤੇ ਕਿੰਨੇ ਸਮੇਂ ਦਾ ਹੁਣ ਜਿਹੜਾ ਇਹ ਤੁਹਾਡਾ ਹੋ ਗਿਆ ਪੌਦਾ? ਇਹ ਵੀ ਜੀ 3 ਸਾਲ ਦਾ ਐਤਕੀ ਪੂਰਾ ਹੋ ਗਿਆ ਹੈਗਾ। ਕਿੰਨੇ ਬੂਟੇ ਲਾਏ ਸੀ ਤੁਸੀਂ? ਇਹ 50 ਬੂਟੇ ਲੱਗੇ ਹੋਏ ਨੇ। ਠੀਕ ਹੈ। ਅਤੇ ਇਹ ਪਿਛਲੇ ਸਾਲ ਵੀ ਆਇਆ ਸੀ ਫਾਲੇ ਦਾ, ਅਤੇ ਐਤਕੀ ਜ਼ਿਆਦਾ ਆਇਆ ਹੈਗਾ। ਅਤੇ ਬਸ ਇਹ ਹੈ ਵੀ ਸਰਦੀਆਂ 'ਚ ਇਹਦੀ ਨਾ ਹੋਣ ਕਰਕੇ ਵਿਕਰੀ ਇਸ ਕਰਕੇ ਲੱਗਿਆ ਰਹਿ ਗਿਆ। ਅਤੇ ਹੋ ਸਕਦਾ ਵੀ ਕੋਈ ਪ੍ਰੋਸੈਸਿੰਗ ਵਾਲਾ ਕੋਈ ਯੂਨਿਟ ਕੋਈ ਖੁੱਲ੍ਹੇ ਤਾਂ ਫਿਰ ਫਾਰਮਰ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ। ਅਤੇ ਹੁਣ ਐਵਰੇਜ ਚਲੋ ਇਹ ਕਮੀ ਕਰਕੇ ਪ੍ਰੋਸੈਸਿੰਗ ਨਹੀਂ ਹੋ ਰਹੀ, ਰੇਟ ਮੰਡੀ 'ਚ ਮਿਲ ਨਹੀਂ ਰਿਹਾ, ਤਾਂ ਵਜ੍ਹਾ ਕਰਕੇ ਆਪਾਂ ਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇਹ ਤੋਂ ਆਪਾਂ ਪਾਸਾ ਜਿਹਾ ਵੱਟਦੇ ਹਾਂ, ਹੈ ਨਾ। ਪਰ ਜੇ ਮੰਨ ਲਈ ਆਪਾਂ ਇਹਦੀ ਪ੍ਰੋਸੈਸਿੰਗ ਵੀ ਹੋ ਜਾਵੇ ਤਾਂ ਉਦੋਂ ਫਿਰ ਹੁੰਦਾ ਵੀ ਕਿੰਨਾ ਕੁ ਬੂਟਾ ਝਾੜ ਦਿੰਦਾ। ਤਾਂ ਤੁਹਾਡਾ 3 ਸਾਲ ਦਾ ਜਿਹੜਾ ਤਜਰਬਾ ਰਿਹਾ, ਤਾਂ 3 ਸਾਲ ਦੇ ਵਿੱਚ ਜਿਵੇਂ ਪਹਿਲਾ ਸਾਲ, ਦੂਜਾ ਸਾਲ ਤਾਂ ਤੀਜਾ ਸਾਲ, ਬੂਟੇ ਦਾ ਕਿੰਨਾ ਕਿਲੋ ਤੱਕ ਜਿਹੜਾ ਝਾੜ ਨੇ ਦਿੱਤਾ ਹੋਊਗਾ? ਇਹੀ ਫਸਲ ਸਭ ਤੋਂ ਪਹਿਲਾਂ ਜ਼ਿਆਦਾ ਆਈ ਹੈ। ਪਹਿਲਾਂ ਤਾਂ ਥੋੜ੍ਹੇ ਲੱਗਦੇ ਰਹੇ ਪਿਛਲੇ ਸਾਲ ਜੀ। ਅਤੇ ਮਗਰ ਇੱਕ ਬੂਟੇ ਨੂੰ ਇਹ ਮੇਰੇ ਕੋਲ ਘੱਟ ਤੋਂ ਘੱਟ ਨਹੀਂ ਤਾਂ 25-30 ਕਿਲੋ ਨਿੰਬੂ ਲੱਗ ਜਾਂਦਾ ਹੈ। ਅਤੇ ਜੇ 25-30 ਕਿਲੋ ਵੀ ਜੇ 20-30 ਰੁਪਏ ਵੀ ਲੱਗੇ ਤਾਂ 1000 ਰੁਪਏ ਦਾ ਬੂਟਾ ਤਾਂ ਹੋ ਹੀ ਜਾਂਦਾ ਹੈ। ਅਗਲੇ ਸਾਲ ਤੋਂ ਦੇਖਾਂਗੇ ਵੀ ਸਾਰੇ ਜਣੇ ਮਿਲ ਕੇ ਪੰਜਾਬ ਐਗਰੋ ਦਾ ਇੱਕ ਪਲਾਂਟ ਲੱਗਿਆ ਹੁਸ਼ਿਆਰਪੁਰ, ਵੀ ਉੱਥੇ ਪ੍ਰੋਸੈਸਿੰਗ ਕਰਵਾ ਲਈਏ ਆਪਣੀ, ਲੈਮਨ ਜੂਸ ਬਣਾ ਲਈਏ, ਜਾਂ ਪੇਪੇਨ ਵੀ ਪਲਪ ਵੀ ਬਣਦਾ, ਪੇਪੇਨ ਵੀ ਬਣਦੀ ਐਕਚੁਅਲੀ। ਤਾਂ ਸਿਟਰਸ ਪਲਾਂਟ ਹੋ ਗਏ ਨਾ ਤੁਹਾਡੇ ਇੱਧਰ, ਨਿੰਬੂ ਵੀ ਹੋ ਗਿਆ, ਉੱਧਰ ਮਾਲਟਾ ਵੀ ਹੋ ਗਿਆ, ਫਿਰ ਹੁੰਦਾ ਵੀ ਇਕੱਠਿਆਂ ਕਰਕੇ ਕੋਈ ਨਾ ਕੋਈ ਇਹੋ ਜਿਹੀ ਚੀਜ਼ ਬਣਾ ਲਈ ਜਿਹਦੇ ਨਾਲ ਵਧੀਆ ਸੇਲ ਹੋ ਜਾਵੇ। ਮਾਲਟੇ 'ਚ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਮਾਲਟਾ ਤਾਂ ਇਹਨਾਂ ਦੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੀ ਹੱਟ ਹੈਗੀ ਆ, ਉੱਥੇ ਜਿੰਨਾ ਮਰਜ਼ੀ ਤੁਸੀਂ ਦਿਆ ਉਹ ਵਿਕ ਜਾਂਦਾ ਹੈ। ਔਰ ਵਿਕਦਾ ਵੀ 80-100 ਰੁਪਏ ਕਿਲੋ ਹੈ। ਹਾਂ, ਉਹ 'ਚ ਤਾਂ ਬਹੁਤ ਜ਼ਿਆਦਾ, ਉਹਦੇ ਉੱਤੇ ਡਿਮਾਂਡ ਬਹੁਤ ਹੈ ਮਾਲਟੇ ਦੀ। ਪਰ ਨਿੰਬੂ ਦੀ ਸਰਦੀਆਂ ਦੀ ਡਿਮਾਂਡ ਘੱਟ ਹੈ, ਬਾਕੀ ਅੱਗੇ ਪਿੱਛੇ ਤਾਂ ਬਹੁਤ ਵਿਕਦਾ ਹੈ। ਅੱਗੇ ਤਾਂ 50 ਰੁਪਏ 60 ਰੁਪਏ ਤੱਕ ਨਿੰਬੂ ਵਿਕ ਜਾਂਦਾ ਹੈਗਾ। ਅਤੇ ਇਹ ਹੈ ਵੀ ਹੁਣ ਜੇ ਲੋਕ ਜ਼ਿਆਦਾ ਲਾਉਂਦੇ ਨੇ, ਇਸ ਕਰਕੇ ਤਾਂ ਰੇਟ ਘਟਿਆ ਹੋਇਆ। ਲੋਕਾਂ ਨੇ ਕਈਆਂ ਨੇ ਵਾਹ ਵੀ ਦਿੱਤੇ ਹੈਗੇ ਨਾ ਵਿਕਣ ਕਰਕੇ। ਉਧਰ ਮਾਨਸਾ ਵੱਲ ਕਿਸੇ ਨੇ ਲਾਏ ਸੀਗੇ 40 ਕਿੱਲੇ, ਉਹਨੇ 40 ਦੇ 40 ਕਿੱਲੇ ਖਤਮ ਕਰਤੇ। ਉਹ ਫਿਰ ਲਾ ਕਿਉਂ ਲੈਂਦੇ ਆ ਜੀ ਪਹਿਲਾਂ ਆਪਾਂ? ਲਾਉਂਦੇ ਤਾਂ ਇਸ ਕਰਕੇ ਵੀ ਚਲੋ ਡਾਇਵਰਸੀਫਿਕੇਸ਼ਨ ਹੋ ਜੂਗੀ, ਪਹਿਲਾਂ ਕਿ ਆਪਾਂ ਹੋਰ ਕੋਈ ਨਾ ਕੰਮ ਕਰੀਏ ਤਾਂ ਨਿੰਬੂ ਲਾ ਲਈਏ, ਇਹਦੇ ਵਿੱਚ ਬੈਨੀਫਿਟ ਮਿਲੂਗਾ। ਮਗਰ ਜਦੋਂ ਰੇਟ ਨਹੀਂ ਰਹਿੰਦਾ ਫਿਰ ਬੜੀ ਪ੍ਰੋਬਲਮ ਵਾਲੀ ਗੱਲ ਆ। ਫਿਰ ਫਾਰਮਰ ਨੂੰ ਤਾਂ ਪੈਸਾ ਚਾਹੀਦਾ ਹੀ ਹੁੰਦਾ, ਤਾਂ ਉਹ ਫਿਰ ਦੂਸਰੀ ਖੇਤੀ ਛੱਡ ਕੇ ਫਿਰ ਦੁਬਾਰਾ ਕਣਕ ਜੀਰੀ ਵੱਲ ਜਾਣ ਨੂੰ ਸੋਚਦਾ ਹੈਗਾ। ਬਸ ਪ੍ਰੋਫਿਟ ਨਹੀਂ ਕਰਦਾ, ਤਾਂ ਕਰਕੇ ਪ੍ਰੋਬਲਮ ਹੈ, ਹੋਰ ਕੋਈ ਗੱਲ ਨਹੀਂ। ਅਤੇ ਜਿਵੇਂ ਤੁਸੀਂ ਦੱਸਿਆ ਵੀ ਸੋਨਾ ਮੋਤੀ ਕਣਕ ਤੁਸੀਂ ਲਾਈ ਹੋਈ ਆ, ਮਾਲਟੇ ਦਾ ਦਿਖਾਇਆ, ਨਿੰਬੂ ਦੇ, ਇਹ ਤੋਂ ਬਿਨਾਂ ਹੋਰ ਕੀ ਚੀਜ਼ਾਂ ਨੇ ਆਪਣੇ ਇੱਥੇ? ਅਸੀਂ ਜੀ ਦੇਸੀ ਵੈਸੇ ਖਰੀਫ ਦੀ ਫਸਲ 'ਚ ਅਸੀਂ ਤਾਂ ਇੱਕ ਮੱਕੀ ਲਾਉਂਦੇ ਹਾਂ, ਜ਼ਿਆਦਾ ਨਹੀਂ ਲਾਉਂਦੇ।
ਤੇ ਬਾਕੀ ਕਣਕ ਲਾਣੇ ਹੈਗੇ ਆ, ਤੇ ਆਹ ਕਣਕ ਵੀ 2-3 ਵੈਰਾਈਟੀਆਂ ਹੈਗੀਆਂ ਅਸੀਂ ਲੱਗੀਆਂ ਹੋਈਆਂ। ਤੇ ਅੱਗੇ ਤੁਹਾਨੂੰ ਦਿਖਾਣਾ ਹੈ, ਸਾਡੇ ਕੋਲ ਇੱਕ ਬਾਗ ਹੈਗਾ, ਅਮਰੂਦ ਵੀ ਲਾਏ ਹੈ 200-250 ਪੇੜ ਜੀ। ਤੇ ਮੁਰਿੰਗਾ ਵੀ ਲਾਣੇ ਹੈਗੇ ਸੀ। ਮੁਰਿੰਗਾ ਪਾਊਡਰ ਅਸੀਂ ਸਪਲਾਈ ਕਰਦੇ ਸਰਕਾਰ ਨੂੰ, ਤੇ ਆਪਣੇ ਬ੍ਰਾਂਡ ਤੇ ਵੀ ਅਸੀਂ ਆਪਣਾ ਵੇਚਦੇ ਹੈਗੇ ਇੱਥੋਂ। ਠੀਕ ਹੈ, ਚਲੋ ਉਧਰ ਵੀ ਚੱਲਦੇ ਹਾਂ। ਫਿਲਹਾਲ ਸਮਾਂ ਸਾਡੇ ਕੋਲ ਨਿੱਕੇ ਜਿਹੇ ਬ੍ਰੇਕ ਦਾ, ਹਾਂਜੀ, ਹਾਂਜੀ, ਬ੍ਰੇਕ ਲੈ ਲੈਣੀ ਜੀ ਆਪਾਂ, ਫਿਰ ਚੱਲਦੇ ਚੁੱਲ ਚੁੱਲ ਕੇ। ਠੀਕ ਹੈ ਜੀ। ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦਾ ਸੁਣਨੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀਗੇ ਹਰਿੰਦਰ ਜੀ ਉਹਨਾਂ ਨਾਲ, ਉਹਨਾਂ ਦੀ ਖੇਤੀਬਾੜੀ ਦੇ ਬਾਰੇ। ਹਰਿੰਦਰ ਜੀ, ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਜੀ। ਤੇ ਜਿਵੇਂ ਆਪਾਂ ਗੱਲਬਾਤ ਤੁਸੀਂ ਦਿਖਾਈ, ਉੱਧਰ ਮਾਲਟਾ ਵੀ ਲੱਗਿਆ ਹੋਇਆ, ਨਿੰਬੂ ਵੀ ਲੱਗਿਆ ਹੋਇਆ, ਤੇ ਕਾਹ ਤੁਸੀਂ ਅੱਡ ਵੈਰਾਈਟੀ ਦੱਸੀ, ਇਹਨੂੰ ਕਿਹਾ ਸਵੀਟ ਲੈਮਨ। ਇਹਦਾ ਤੇ ਦੂਜੇ ਲੈਮਨ ਦਾ ਕੀ ਫਰਕ ਕੀ ਹੈ? ਇਹ ਐਕਚੁਅਲੀ ਮਿੱਠਾ ਨਿੰਬੂ ਕਿਹਾ ਜਾਂਦਾ, ਨਿੰਬੂ ਵਾਲਾ ਸਾਈਜ਼ ਹੁੰਦਾ ਹੈ। ਜੀ। ਤੇ ਇਹ ਵੀ ਆਯੁਰਵੈਦਿਕ ਬੂਟਾ ਹੈਗਾ। ਇਹਦੇ 'ਚ ਨੈਚੁਰਲ ਕਲੋਰੀਕਿਨ ਹੁੰਦੀ ਹੈ, ਮਤਲਬ ਕਿ ਜਦੋਂ ਆਪਾਂ ਬੁਖਾਰ ਚੜ੍ਹਦੇ ਨੇ, ਡੇਂਗੂ ਵਗੈਰਾ, ਉਹਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਇਹ ਜਿਹੜੇ ਕੁਨੀਨ ਹੁੰਦੀ ਹੈ, ਨੈਚੁਰਲ ਕੁਨੀਨ ਹੁੰਦੀ ਹੈ ਇਸ ਬੂਟੇ 'ਚ। ਤੇ ਇਹ ਮਿੱਠਾ ਨਿੰਬੂ ਕਹਿੰਦੇ ਆ, ਮगर ਹਲਕਾ ਜਿਹਾ ਕੁੜੱਤਣ ਵਾਲਾ ਹੁੰਦਾ ਤੇ ਖਾਣ 'ਚ ਬਹੁਤ ਟੇਸਟੀ ਹੁੰਦਾ ਤੇ ਬਹੁਤ ਜ਼ਿਆਦਾ ਅੱਛਾ। ਇਹਦੇ ਟਾਈਫਾਈਡ ਵਗੈਰਾ ਜਾਂ ਕਿਸੇ ਵਾਇਰਲ ਜਿਹੜੀ ਕਲਰ ਸੇਮ ਦੂਜੇ ਨਿੰਬੂ ਵਰਗਾ ਹੀ ਹੁੰਦਾ ਕਿ ਰੰਗ ਦਾ ਫਰਕ? ਨਿੰਬੂ ਵਰਗਾ ਦੇਖਣ 'ਚ ਥੋੜਾ ਜਿਹਾ ਪਤਲੀ ਸਕਿਨ ਹੁੰਦੀ ਹੈ ਤੇ ਯੈਲੋਇਸ਼ ਟਾਈਪ 'ਚ ਹੁੰਦਾ, ਗ੍ਰੀਨ ਹੀ ਰਹਿੰਦਾ ਤਕਰੀਬਨ, ਤੇ ਮਗਰ ਇਹ ਖਾਣ 'ਚ ਬਹੁਤ ਜ਼ਿਆਦਾ ਸਵਾਦ ਹੁੰਦਾ ਹੈ। ਇਹ ਬੂਟੇ ਲੈ ਨੂੰ ਕਿੰਨਾ ਚਿਰ ਹੋ ਗਿਆ? ਕਿਉਂਕਿ ਬੂਟੇ ਤਾਂ ਕਾਫੀ ਵੱਡੇ ਲੱਗਦੇ ਨੇ, ਪਰ ਹਜੇ ਕੰਪੈਰੀਜ਼ਨ ਦੂਜੇ ਨਿੰਬੂਆਂ ਦੇ ਨੂੰ ਫਰੂਟ ਨਹੀਂ ਆਇਆ ਹੋਇਆ। ਇੰਨੀ ਫਰੂਟ ਤਾਂ ਇਹਦਾ ਟੁੱਟ ਗਿਆ ਜੀ ਨਵੰਬਰ 'ਚ। ਅੱਛਾ ਜੀ। ਅਕਤੂਬਰ ਨਵੰਬਰ 'ਚ ਜਿੰਨਾ ਲੱਗਿਆ ਸੀ ਟੁੱਟ ਗਿਆ, ਜ਼ਿਆਦਾ ਨਹੀਂ ਸੀ ਆਇਆ, ਥੋੜਾ ਆਇਆ ਸੀ, ਟੁੱਟ ਗਿਆ ਹੈਗਾ। ਤੇ ਹੁਣ ਅਗਲੇ ਸਾਲ ਆਊਗਾ ਇਹ। ਤੇ ਹੈ ਸਾਰਾ ਇਹ ਬਾਗ 3 ਸਾਲ ਦਾ ਹੀ ਇਕੱਠੇ ਹੀ ਲੱਗਿਆ ਹੋਇਆ ਇਹ। ਤੇ ਇਹ ਬਸ ਅਗਲੇ ਸਾਲ ਤੋਂ ਫਰੂਟਿੰਗ ਇਹਦੀ ਚੰਗੀ ਹੋਣੀ ਚਾਹੀਦੀ। ਤੇ ਇਹਦੇ ਵਿੱਚ ਵੀ ਅਸੀਂ ਆਹ ਵਾਈਟ ਟੀਕ ਲਾ ਰੱਖੀ ਹੈ। ਤਾਂ ਥੱਲੇ ਜਿਹੜੀ ਜਗ੍ਹਾ ਬਚੀ ਹੋਈ ਆ, ਤੇ ਉਹਦੇ ਦੇਖੋ ਜੀ ਪਿਆਜ਼ ਲੱਗਿਆ ਹੋਇਆ ਜੀ। ਤੇ ਇਹਦੇ ਵਿੱਚ ਜਿਵੇਂ ਕਿ ਕਹਿੰਦੇ ਵੀ ਤੁਸੀਂ ਜੇ ਬਾਗ ਲਾਉਂਦੇ ਆ ਨੁਕਸਾਨ ਹੁੰਦਾ, ਆਪਾਂ ਕੁਝ ਕੰਮ ਹੀ ਨਹੀਂ ਕਰ ਸਕਦੇ, ਮਗਰ ਸਾਡੀ ਇਹ ਵੀ ਸਾਡੀ 20% ਜਿਹੜੀ ਜ਼ਮੀਨ ਹੈਗੀ ਆ ਉਹ ਇੱਥੇ ਫਾਲਤੂ ਹੈਗੀ ਹੈ, ਨਹੀਂ ਤਾਂ ਅਸੀਂ ਸਾਰਾ ਦਾ ਸਾਰਾ ਯੂਟਿਲਾਈਜ਼ ਕੀਤੀ ਹੋਈ ਹੈ ਜ਼ਮੀਨ। ਕੋਈ ਨਾ ਕੋਈ ਬੂਟਾ ਲੱਗਿਆ ਹੋਇਆ, ਤੇ ਇਹ ਅਸੀਂ ਆਪਣੀ ਖੇਤੀ 'ਚ ਪੂਰਾ ਪ੍ਰੋਫਿਟ ਲੈਂਦੇ ਹਾਂ। ਇਸ ਤਰ੍ਹਾਂ ਖਾਲੀ ਜ਼ਮੀਨ ਨਹੀਂ ਹੈਗੀ ਮਤਲਬ। ਤੇ ਜਿਸ ਖੇਤ ਵਿੱਚ ਅਸੀਂ ਹੁਣ ਖੜੇ ਹਾਂ, ਇੱਥੇ ਬਾਈ ਜੀ ਉਹਨਾਂ ਨੇ ਬਾਂਸੀ ਜਿਹੜੀ ਕਣਕ ਦੀ ਵੈਰਾਈਟੀ ਹੈ ਉਹ ਲਾਈ ਹੋਈ ਹੈ। ਕਿਉਂਕਿ ਬਦਲਦੇ ਸਮੇਂ ਦੇ ਨਾਲ ਹਾਈਬ੍ਰਿਡ ਕਣਕਾਂ ਤਾਂ ਆ ਗਈਆਂ, ਪਰ ਹੁਣ ਡਾਕਟਰ ਇਹ ਕਹਿ ਦਿੰਦੇ ਨੇ ਕਿ ਭਾਈ ਕਣਕ ਦਾ ਆਟਾ ਨਾ ਖਾ। ਤੇ ਇਹ ਜਿਹੜੀਆਂ ਪ੍ਰਾਚੀਨ ਆਪਣੀਆਂ ਦੇਸੀ ਬੀਜ ਨੇ, ਜਿਨ੍ਹਾਂ ਤੋਂ ਕੋਈ ਐਲਰਜੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ, ਸਗੋਂ ਕਿ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਇਹ ਠੀਕ ਕਰਦੀ ਆ। ਤੇ ਨਾਲ ਦੀ ਨਾਲ ਇੱਥੇ ਜਿਹੜੇ ਬੂਟੇ ਤੁਸੀਂ ਦੇਖ ਰਹੇ ਹੋ, ਇਹ ਡੇਜ਼ੀ ਹੈ ਜਿਹੜੀ ਡੇਜ਼ੀ ਕੀ ਦੱਸੇ? ਹਾਂਜੀ, ਤੁਸੀਂ ਦੱਸ ਦਿਓ। ਮੈਂ ਹਾਂਜੀ ਹਾਂਜੀ ਹਾਂਜੀ। ਅਤੇ ਕਣਕ ਬਾਰੇ ਤੇ ਨਾ ਬੂਟਿਆਂ ਬਾਰੇ ਸਾਨੂੰ ਜਾਣਕਾਰੀ ਦਿਓ। ਇਹ ਬਾਂਸੀ ਵੈਰਾਈਟੀ ਹੈਗੀ ਹੈ ਪੁਰਾਣੀ। ਇਹ ਮੱਧ ਪ੍ਰਦੇਸ਼ ਦੇ ਵਿੱਚ ਡਿਵੈਲਪ ਹੁੰਦੀ ਸੀਗੀ। ਹੁਣ ਪੰਜਾਬ 'ਚ ਦੇਸੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਬਾਂਸੀ ਦੀ ਹੈਗੀ ਆ ਆਰਗੈਨਿਕ ਦੇ ਵਿੱਚ ਜੀ। ਤੇ ਇਹ ਲਾਈ ਹੋਈ ਹੈ। ਤੇ ਨਾਲ ਇਹ ਡੇਜ਼ੀ ਟੈਂਜਰਿਨ ਦੀ ਡੇਜ਼ੀ ਵੈਰਾਈਟੀ ਹੈਗੀ ਆ। ਇਹ ਅਰਲੀ ਵੈਰਾਈਟੀ ਅਕਤੂਬਰ ਵਿੱਚ ਆ ਜਾਂਦੀ ਹੈ। ਸੀਟਰਸ ਦੀ ਹਾਂ, ਸਿਟਰਸ ਹੀ ਹੈ, ਕਿੰਨੂ ਹੈ। ਠੀਕ ਹੈ। ਕਿੰਨੂ ਦੀ ਅਰਲੀ ਵੈਰਾਈਟੀ ਹੈਗੀ ਹੈ, ਡੇਜ਼ੀ ਇਹਦਾ ਨਾ ਵੈਰਾਈਟੀ ਦਾ ਨਾਂ ਹੈਗਾ। ਠੀਕ ਹੈ। ਹਾਂ, ਟੈਂਜਰਿਨ 'ਚ ਆਉਂਦੀ ਹੈ। ਤੇ ਜਿਹੜੀ ਹੁਣ ਕਣਕ ਦੀ ਆਪਾਂ ਗੱਲ ਕਰੀਏ ਹੁਣ, ਕਿਉਂਕਿ ਨਾ ਕਾਫੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਦਾ ਸਮਾਜ ਦੇ ਵਿੱਚ, ਕਿਉਂਕਿ ਬਿਮਾਰੀਆਂ ਬਹੁਤ ਆ ਗਈਆਂ, ਤਾਂ ਖਾਣ ਪੀਣ ਵੱਲ ਵੀ ਹੁਣ ਧਿਆਨ ਜਿਹਾ ਦਿੱਤਾ ਜਾਣ ਲੱਗ ਗਿਆ। ਇਹਦੀ ਵਜ੍ਹਾ ਕਰਕੇ ਆਰਗੈਨਿਕ ਜਿਹੜੀ ਜੈਵਿਕ ਖੇਤੀ ਉਹ ਵੀ ਸ਼ੁਰੂ ਹੋ ਗਈ ਆ। ਤਾਂ ਇਹਦੇ ਜੇਕਰ ਤੁਹਾਡੇ ਤਜਰਬੇ ਦੀ ਗੱਲ ਕਰੀਏ, ਤੁਸੀਂ ਇਹਨੂੰ ਕਿੰਨੇ ਚਿਰ ਤੋਂ ਲਾ ਰਹੇ ਹੋ ਕਣਕ ਨੂੰ, ਤੇ ਖੁਦ ਵੀ ਵਰਤਦੇ ਹੋ? ਕੀ ਰਿਹਾ ਇਹਨਾਂ ਦਾ? ਅਸੀਂ 3 ਸਾਲ ਤੋਂ ਤਾਂ ਸੋਨਾ ਮੋਤੀ ਲਾ ਰਹੇ ਸੀ ਜੀ। ਤੇ ਇੱਕ ਦੂਸਰੀ ਵੈਰਾਈਟੀ ਮੱਧ ਪ੍ਰਦੇਸ਼ ਦੀ ਪਹਿਲਾਂ ਉਹ ਲਾਈ ਸੀਗੀ। ਜੀ। ਤੇ ਹੁਣ ਅਸੀਂ ਇਹ, ਕਿਉਂਕਿ ਬਾਂਸੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ, ਉਹ ਬਾਂਸੀ ਖਾਣ 'ਚ ਵੀ ਰੋਟੀ 'ਚ ਵੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ। ਤੇ ਇਹ ਅਸਲੀ ਵੈਰਾਈਟੀ ਹੈਗੀ ਹੈ ਬਾਂਸੀ ਪੁਰਾਣੀ, ਤੇ ਤਾਂ ਕਰਕੇ ਇਹਦਾ ਆਟਾ 60 ਰੁਪਏ 70 ਰੁਪਏ ਕਿਲੋ ਤੱਕ ਚਲੇ ਜਾਂਦਾ ਹੈ। ਤੇ ਇਹਦੀ ਇਹੋ ਜਿਹੀ ਜ਼ਮੀਨ ਜਿਹੜੀ ਸਾਡੀ ਬੰਜਰ ਜ਼ਮੀਨ ਹੈ, ਜਿਹਦੇ ਤੱਤ ਘੱਟ ਹੈਗੇ ਆ, ਇਹਦੇ 'ਚ ਪੈਦਾਵਾਰ ਵੀ ਬਹੁਤ ਚੰਗੀ ਹੋ ਜਾਂਦੀ ਹੈ, ਕਿਉਂਕਿ ਚੰਗੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਤਾਂ ਇਹ ਉੱਪਰ ਵੱਧ ਕੇ ਗਿਰ ਜਾਂਦੀ ਹੈ। ਇੱਥੇ ਬਹੁਤ ਚੰਗੀ ਪੈਦਾਵਾਰ ਹੋ ਜਾਂਦੀ ਹੈ। ਇੱਥੇ ਕੋਈ 8 ਕੁਇੰਟਲ 9 ਕੁਇੰਟਲ ਤੱਕ ਨਿਕਲ ਜਾਂਦੀ ਹੈ। ਹੁਣ ਰੁਝਾਨ ਹੈ ਕਹਿੰਦੀ ਹੌਲੀ ਹੌਲੀ ਹੁਣ ਵੱਧ ਰਿਹਾ, ਤੇ ਮੈਂ ਹੈਰਾਨ ਆ ਵੀ ਕਿੰਨਾ ਇੱਥੋਂ ਰੇਤਾ ਫਿਰ ਬੜੀ ਦਿੱਕਤ ਆਉਂਦੀ ਬਾਰਿਸ਼ਾਂ ਦੇ ਦਿਨਾਂ ਵਿੱਚ, ਤਾਂ ਪਹਾੜ ਸਾਰਾ ਥੱਲੇ ਨੂੰ ਆਈ ਜਾਂਦਾ, ਤੇ ਚੰਗੀ ਮਿਹਨਤ ਤੁਹਾਨੂੰ ਕਰਨੀ ਪੈ ਗਈ ਉਰੇ। ਮਤਲਬ ਹੁਣ ਹੌਲੀ ਹੌਲੀ 3-4 ਸਾਲਾਂ 'ਚ ਸੈਟਅਪ ਕਰ ਲਿਆ, ਠੀਕ ਹੈ। ਬੱਟਾਂ ਬੁੱਟਾਂ ਤਕੜੀਆਂ ਕਰ ਲਈਆਂ ਹੈਗੀਆਂ, ਤੇ ਹੁਣ ਨਹੀਂ ਗਿਰਦਾ ਇਹ। ਥੋੜਾ ਥੋੜਾ ਹਰ ਸਾਲ ਮਾੜਾ ਮੋਟਾ ਕਰ ਲਈਦਾ, ਤੇ ਬਾਕੀ ਤਾਂ ਅਸੀਂ ਥੋੜਾ ਬਹੁਤ ਹੁੰਦਾ ਨੁਕਸਾਨ, ਕੋਈ ਗੱਲ ਨਹੀਂ, ਫਿਰ ਉਹ ਲਾ ਕੇ ਥੋੜਾ ਬਹੁਤ ਪੈਸੇ ਠੀਕ ਹੋ ਜਾਂਦਾ ਹੈ। ਤੇ ਇਸ ਜਿਹੜੀ ਹੁਣ ਖੇਤ 'ਚ ਅਸੀਂ ਖੜੇ ਹਾਂ, ਤੁਸੀਂ ਦੇਖਦੇ ਹੋ ਜੌਂ ਜਿਹੜੇ ਲਾਏ ਹੋਏ ਨੇ ਬਾਈ ਜੀ ਉਹਨਾਂ ਨੇ ਸਾਰੇ ਪਾਸੇ, ਕਿਉਂਕਿ ਵੱਡੀ ਸਮੱਸਿਆ ਹੈ ਕਿ ਇੱਥੇ ਹਜੇ ਪਾਣੀ ਦੀ ਪਹੁੰਚ ਇਹਨਾਂ ਨੇ ਨਹੀਂ ਕੀਤੀ ਹੋਈ। ਤੇ ਹੁੰਦਾ ਵੀ ਆਪਾਂ ਕਿਹੜੀ ਫਸਲ ਲਾਈਏ ਜਿਹੜੀ ਘੱਟ ਪਾਣੀ ਨਾਲ ਵੀ
ਕਾਮਯਾਬ ਹੋ ਸਕੇ। ਤੇ ਰਿੰਦਰ ਜੀ, ਤੁਸੀਂ ਇੱਥੇ ਫੈਂਸਿੰਗ ਵੀ ਕਰ ਰਹੇ ਹੋ, ਕਿਉਂਕਿ ਹੁੰਦਾ ਵੀ ਜਾਨਵਰਾਂ ਦੀ ਬੜੀ ਦਿੱਕਤ ਆਉਂਦੀ ਹੈ, ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜੀ ਫਸਲ ਆ ਖਾਧੀ ਵੀ ਹੋਈ ਹੈ। ਤੇ ਇਹ ਏਰੀਆ ਦੇ ਵਿੱਚ ਤੁਸੀਂ ਫਿਰ ਕੁਝ ਪਹਿਲਾਂ ਵੀ ਲਾਇਆ ਸੀ ਕਿ ਫਸਟ ਟਾਈਮ ਇਹਨੂੰ ਉਹ ਕਦ ਤੋਂ ਬਾਅਦ ਕੀਤਾ? ਇਹ ਅਸੀਂ 4 ਸਾਲ ਤੋਂ ਇਹਦੇ ਵਿੱਚ 2 ਸਾਲ ਅਸੀਂ ਸਰੋਂ ਲਾਈ ਸੀ ਜੀ। ਤੇ ਪਿਛਲੇ ਸਾਲ ਤੋਂ ਇਹ ਜੌਂ ਲਾ ਰਹੇ ਹਾਂ। ਹੂੰ। ਸਰੋਂ 'ਚ ਸਾਨੂੰ ਇੰਨਾ ਜ਼ਿਆਦਾ ਪ੍ਰੋਫਿਟ ਨਹੀਂ ਸੀਗਾ। ਜੌਂ ਫਿਰ ਵੀ ਆਪਣੇ ਡੰਗਰਾਂ ਵਾਸਤੇ ਵੀ ਕੰਮ ਜਾਂਦੀ, ਬਾਕੀ ਵਿਕ ਵੀ ਜਾਂਦੀ ਹੈ। ਅੱਜ ਕੱਲ੍ਹ ਜੌਂ ਤਾਂ ਕਣਕ ਮਿਲਾ ਕੇ 4 ਗ੍ਰੇਨ ਆਟਾ ਲੋਕੀ ਖਾਂਦੇ ਨੇ। ਉੱਥੇ ਆਰਗੈਨਿਕ ਜੌਂ ਦੀ ਬੜੀ ਹੈਗੀ ਹੈ। ਤੇ ਇਹੋ ਜਿਹੀ ਫਸਲ ਜਿੱਥੇ ਪਾਣੀ ਨਾ ਲੱਗਦਾ ਹੋਵੇ ਤੇ ਜੌਂ ਬਹੁਤ ਚੰਗੀ ਹੋ ਜਾਂਦੀ, 10-12 ਕੁਇੰਟਲ ਤੱਕ ਹੋ ਜਾਂਦੀ ਹੈ ਤੇ ਕਣਕ ਕੁਣਕ ਨਹੀਂ ਹੁੰਦੀ। ਮਗਰ ਮੈਂ ਆਉਣ ਵਾਲੇ ਸਮੇਂ 'ਚ ਅਸੀਂ ਪੋਮੀਗ੍ਰੇਨੇਟ ਇੱਥੇ ਲਾ ਰਹੇ ਹਾਂ ਤੇ ਵਿੱਚ ਐਲੋਵੇਰਾ ਲਾ ਰਹੇ ਹਾਂ ਡ੍ਰਿਪ ਨਾਲ। ਕਿਉਂਕਿ ਐਨਵਾਇਰਨਮੈਂਟ ਠੀਕ ਹੈ, ਵੈਸੇ ਕਹਿੰਦੇ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਅਨਾਰ ਲਾਉਂਦੇ ਤਾਂ ਰੰਗ ਜਿਹਾ ਨਹੀਂ ਬਣਦਾ ਉਹਦਾ। ਨਹੀਂ, ਵੈਰਾਈਟੀ ਦੇ ਉੱਤੇ ਡਿਪੈਂਡ ਕਰਦਾ ਰੰਗ ਜੀ। ਜੀ। ਵੈਰਾਈਟੀ ਹੋਵੇ ਠੀਕ ਹੁੰਦਾ। ਸੋਇਲ ਦੇ ਉੱਤੇ ਡਿਪੈਂਡ ਕਰਦਾ। ਜਿੱਥੇ ਪਾਣੀ, ਗਿੱਲੀਆਂ ਜ਼ਮੀਨਾਂ ਜਿੱਥੇ ਪਾਣੀ ਹੁੰਦਾ ਉੱਥੇ ਪ੍ਰੋਬਲਮ ਆਉਂਦੀ ਹੈ, ਕਿਉਂਕਿ ਇਹਨੂੰ ਸੁੱਕੀ ਫਸਲ ਚਾਹੀਦੀ ਹੈਗੀ, ਇਹਨੂੰ ਮਾੜਾ ਮੋਟਾ ਹੀ ਪਾਣੀ ਚਾਹੀਦਾ ਹੁੰਦਾ। ਤੇ ਸਾਡੀ ਜਿਹੜੀ ਸੋਇਲ ਹੈਗੀ ਹੈ, ਸਾਊਥ ਇੰਡੀਆ ਦੀ ਸੋਇਲ ਇੱਕੋ ਜਿਹੀ ਹੈਗੀ ਹੈ, ਪੱਥਰ ਬਜਰੀ ਵਾਲੀ ਹੈਗੀ ਹੈ। ਤੇ ਸਾਨੂੰ ਕਿਸੇ ਐਕਸਪਰਟ ਆਏ ਸੀ ਇੱਥੇ ਪੀਓ ਦੇ, ਉਹਨੇ ਦੱਸਿਆ ਸੀ ਵੀ ਤੁਸੀਂ ਆਹ ਲਾਓ। ਤਾਂ ਅਸੀਂ ਪੋਮੀਗ੍ਰੇਨੇਟ ਦੇ ਪਿੱਛੇ ਹੁਣ ਕਰ ਰਹੇ ਹਾਂ ਤੇ ਟੋਏ ਮਾਰੇ ਹੋਏ ਨੇ ਆਲਰੇਡੀ ਇਹਦੇ 'ਚ। ਤੇ ਅਸੀਂ ਬਸ ਇਹਦੇ 'ਚ ਬੂਟਾ ਲਾਉਣ ਕੇ ਬਸ ਡ੍ਰਿਪ ਪਾ ਕੇ ਤੇ ਬੂਟਾ ਲਾਉਣਾ ਹੈ। ਤੇ ਇੱਕ ਮੈਨੂੰ ਹੋਰ ਬੜੀ ਹੈਰਾਨੀ ਜੀ ਹੋਈ, ਤੁਸੀਂ ਦੱਸਿਆ ਵੀ ਇੱਕ ਜਹਾਜ਼ ਆ ਤੁਹਾਡੇ ਕੋਲ, ਇੱਕੋ ਹੀ ਆ, ਇੱਕੋ ਨਾਲੇ ਸਾਰਾ ਕੁਝ ਬੱਦਲਾ ਕਰ ਲਿਆ। ਨਹੀਂ ਅੱਜ ਕੱਲ੍ਹ ਤਾਂ ਇਹ ਵੀ ਜ਼ਿਮੀਂਦਾਰਾਂ ਦੇ ਘਰਾਂ 'ਚ ਜਿਨ੍ਹਾਂ ਕੋਲ 10 ਕਿੱਲੇ ਤੋਂ ਜ਼ਿਆਦਾ ਹੈਗੇ ਨੇ, 15 ਵੀ ਨੇ, ਟਰੈਕਟਰ ਖੜੇ ਹੁੰਦੇ ਨੇ ਘਰੇ। ਤੁਸੀਂ ਇੱਕ ਟਰੈਕਟਰ ਨਾਲ ਕਿਵੇਂ ਸਾਰ ਲਿਆ? ਇੱਕ ਤਾਂ ਟਰੈਕਟਰ ਜੀ 4 ਵੀਲ ਬਹੁਤ ਵੱਡਾ ਟਰੈਕਟਰ ਹੈ ਜੀ। ਤੇ 2 ਟਰੈਕਟਰਾਂ ਬਰਾਬਰ ਤੇ ਇਕੱਲਾ ਹੀ ਕੰਮ ਕਰਦਾ ਹੈ। ਤੇ ਇਸ ਤੋਂ ਇਲਾਵਾ ਇੰਨੀ ਉੱਚੀ ਨੀਚੀ ਜ਼ਮੀਨ 'ਚ ਤਾਂ ਆਮ ਟਰੈਕਟਰ ਚੱਲਦਾ ਹੀ ਨਹੀਂ। ਵੀ ਜੇ ਇੱਕ ਟਰੈਕਟਰ ਨਾਲ ਕੰਮ ਸਰਦਾ ਤਾਂ ਫਿਰ ਬਾਕੀ ਟਰੈਕਟਰ ਦੀ ਲੋੜ ਕਾਹਦੀ ਹੈ? ਐਵੇਂ ਲੋਕਾਂ ਨੂੰ ਕੀ ਦਿਖਾਣਾ ਵੀ ਸਾਡੇ ਕੋਲ ਟਰੈਕਟਰ ਹੈਗਾ। ਉਹ ਟਾਈਮ ਚਲੇ ਗਿਆ ਕਿ ਹੁਣ ਦਿਖਾ ਕੇ ਲੋਕੀ ਬਥੇਰਾ ਰਿੱਝ ਲਏ। ਹੁਣ ਪਤਾ ਲੱਗ ਜਾਣਾ ਵੀ ਖੇਤੀ ਕੀ ਹੁੰਦੀ ਹੈ। ਜਦੋਂ ਕਰਜ਼ੇ ਤੇ ਲੈਂਦੇ ਆ ਤਾਂ ਕਰਜ਼ਾ ਹੀ ਨਹੀਂ ਮੁੱਕਦਾ ਬੰਦੇ ਦਾ। ਤਾਂ ਹੀ ਤਾਂ ਪ੍ਰੋਬਲਮ ਹੈ ਕਿ ਆਪਾਂ ਜ਼ਰੂਰਤ ਤੋਂ ਜ਼ਿਆਦਾ ਵੱਡਾ ਟਰੈਕਟਰ ਲੈਣੇ, ਲੋਕਾਂ ਨੂੰ ਦਿਖਾਉਣ ਦੇ ਬਾਅਦ ਕਰਜ਼ਾ ਲੈਂਦੇ, ਕਰਜ਼ਾ ਨਹੀਂ ਮੁੜਦਾ ਤੇ ਆਪਾਂ ਸਰਕਾਰ ਵੱਲ ਖੜੇ ਹੋ ਜਾਂਦੇ ਆ ਵੀ ਸਾਡਾ ਹੁਣ ਕਰਜ਼ਾ ਮਾਫ਼ ਕਰੋ। ਹੁਣ ਉਹ ਕਰਜ਼ਾ ਮਾਫ਼ ਕਰਨ ਵਾਲੇ 1% ਵੀ ਫਾਰਮਰ ਨਹੀਂ ਹੈਗਾ ਜਿਨ੍ਹਾਂ ਪਿੱਛੇ ਰੌਲਾ ਪੈਂਦਾ। 99% ਤਾਂ ਬਗੈਰ ਕਰਜ਼ੇ ਤੋਂ ਕੰਮ ਕਰ ਰਿਹਾ। ਉਹਨਾਂ ਵਾਸਤੇ ਸਰਕਾਰ ਕੋਲ ਕੋਈ ਨਹੀਂ ਹੈਗਾ। ਕਰਜ਼ੇ ਵਾਸਤੇ ਕਹਿੰਦੇ ਅਸੀਂ ਤੁਹਾਡਾ ਕਰਜ਼ਾ ਮਾਫ਼ ਕਰ ਦਾਂਗੇ। ਜਿਹੜੇ ਸਬਸਿਡੀ ਨਹੀਂ ਲੈਂਦੇ, ਕਰਜ਼ਾ ਨਹੀਂ ਲੈਂਦੇ, ਉਹਨਾਂ ਨੂੰ ਤਾਂ ਕੋਈ ਸਪੋਰਟ ਨਹੀਂ ਹੈਗੀ ਸਰਕਾਰ ਦੀ ਕਿਸੇ ਵੀ ਟਾਈਪ ਦੀ। ਤੇ ਹਰਿੰਦਰ ਜੀ, ਜਿਵੇਂ ਇਹ ਖੇਤ ਦੀ ਆਪਾਂ ਗੱਲ ਕਰੀਏ, ਤੁਸੀਂ ਇੱਥੇ ਐਲੋਵੇਰਾ ਵੀ ਲਾਇਆ ਹੋਇਆ, ਇੱਥੇ ਅਮਰੂਦ ਵੀ ਲੱਗੇ ਹੋਏ ਨੇ। ਤੇ ਅਮਰੂਦ ਦੇ ਬਾਗ, ਕਿੰਨੂਆਂ ਦੇ ਬਾਗ, ਚਲੋ ਇਹ ਤਾਂ ਪੰਜਾਬ 'ਚ ਕੋਈ ਆਪਾਂ ਕਹਿ ਦਈਏ ਕਾਮਨ ਗੱਲ ਹੋ ਗਈ ਹੁਣ, ਹੈ ਨਾ, ਵੀ ਫਰੂਟਿੰਗ ਵਾਲੇ ਲੋਕ ਉਹ ਕਰਦੇ ਨੇ। ਪਰ ਜੇਕਰ ਆਪਾਂ ਐਲੋਵੇਰਾ ਦੀ ਗੱਲ ਕਰੀਏ ਤਾਂ ਫਿਲਹਾਲ ਨਾਲ ਦੀ ਨਾਲ ਥੋੜ੍ਹੇ ਅਮਰੂਦ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਇਹਦੇ ਇਸ ਨੂੰ ਦੋਹਾਂ ਫਸਲਾਂ ਦੇ ਬਾਰੇ ਵਿੱਚ ਦੱਸੋ ਵੀ ਕੀ ਐਲੋਵੇਰਾ ਵਾਕਿਆ ਹੀ ਪੰਜਾਬ ਦੇ ਵਿੱਚ ਆਪਣੇ ਕਾਮਯਾਬ ਹੈ? ਨਹੀਂ, ਐਲੋਵੇਰਾ ਤਾਂ ਤੁਹਾਨੂੰ ਕਰਨ ਦਾ ਤਰੀਕਾ, ਇਹਦੀ ਕਾਸ਼ਤ ਕਰਨੀ ਆਉਣੀ ਚਾਹੀਦੀ ਤਾਂ ਕਾਮਯਾਬ ਹੈ ਜੀ। ਤੇ ਜੇ ਤੁਸੀਂ ਇਹਦੀ ਪ੍ਰੋਸੈਸਿੰਗ ਨਹੀਂ ਕਰ ਸਕਦੇ ਫਿਰ ਇਹ ਬਿਲਕੁਲ ਵੀ ਕਾਮਯਾਬ ਨਹੀਂ ਹੈ। ਕਿਉਂਕਿ ਜੇ ਪ੍ਰੋਸੈਸਿੰਗ ਕਰਕੇ ਫਾਈਨਲ ਪ੍ਰੋਡਕਟ ਤੁਸੀਂ ਵੇਚੋਗੇ ਉਹਦੇ 'ਚ ਬੈਨੀਫਿਟ ਹੈ। ਨਹੀਂ ਤਾਂ ਫਿਰ ਜਿਹੜੇ ਕੰਪਨੀਜ਼ ਨੇ ਉਹ ਤਾਂ ਐਗਰੀਮੈਂਟ ਕਰਕੇ ਮੁੱਕਰ ਜਾਂਦੀਆਂ ਨੇ। ਪਿਛਲੇ ਸਾਲ ਰਾਜਸਥਾਨ 'ਚ ਮੁੱਕਰ ਕੇ 6 ਰੁਪਏ ਕਿਲੋ ਕਰ ਲਿਆ ਤੈਅ, ਫਿਰ 3 ਰੁਪਏ 'ਤੇ ਆ ਗਏ, ਫਿਰ 8 ਆਨੇ 'ਤੇ ਆ ਗਏ। 8 ਆਨੇ ਤੋਂ ਵੀ ਫਿਰ ਲੈਣਾ ਬੰਦ ਕਰਤਾ ਤੇ ਲੋਕਾਂ ਨੇ ਐਲੋਵੇਰਾ ਵਾਹ ਤੇ। ਮਗਰ ਇਹਦੇ ਫਾਈਨਲ ਪ੍ਰੋਡਕਟ ਤਾਂ ਬਣਾਉਣਾ ਹੀ ਪਏਗਾ ਆਪਾਂ ਨੂੰ। ਉਹਦੇ ਵਿੱਚ ਕੋਈ ਵੱਡੇ ਨਹੀਂ, ਛੋਟੇ ਜਿਹੇ ਪ੍ਰੋਸੈਸਿੰਗ ਯੂਨਿਟ ਹੈਗੀ ਹੈ। ਤੁਸੀਂ ਇੱਥੇ ਲੇਬਰ ਹੋਣੀ ਚਾਹੀਦੀ ਹੈ ਤੇ ਤੁਸੀਂ ਆਪਣੇ ਲੈਵਲ 'ਤੇ ਕਰ ਸਕਦੇ ਹੋ। ਬਹੁਤ ਵੱਡਾ ਨਾ ਸੀ, ਆਪਣੇ ਲੈਵਲ 'ਤੇ ਤਾਂ ਕੰਮ ਕਰ ਹੀ ਸਕਦੇ ਹੋ। ਤੁਸੀਂ ਹੁਣ ਕਿਵੇਂ ਕੀ ਕਰਦੇ ਹੋ ਇਹਦੇ 'ਤੇ, ਐਲੋਵੇਰਾ 'ਤੇ ਕੀ ਵਰਕ ਕਰ ਰਹੇ ਹੋ? ਨਹੀਂ, ਐਲੋਵੇਰਾ ਤਾਂ ਇਸ ਨੂੰ ਐਸੀ ਸਿਰਫ ਅਮਰੂਦ ਦੀ ਲਾਈਨ 'ਚ ਲਾਇਆ। ਹੁਣ ਇਹਦੇ ਵਿੱਚ 3 ਲਾਈਨਾਂ ਐਲੋਵੇਰਾ ਹੋਰ ਲਾ ਕਰਕੇ ਜਦੋਂ ਖਾਸੀ ਪ੍ਰੋਡਕਸ਼ਨ ਹੋ ਗਈ ਫਿਰ ਅਸੀਂ ਇਹਦਾ ਛੋਟਾ ਜਿਹਾ ਅੰਦਰ 4-5 ਲੱਖ ਰੁਪਏ ਦਾ ਯੂਨਿਟ ਮਿਲ ਜਾਂਦਾ ਜੀ, ਸਟੀਲ ਦਾ ਜੀ, ਪ੍ਰੋਸੈਸਿੰਗ ਦਾ। ਕੋਈ ਵੱਡੀ ਗੱਲ ਨਹੀਂ ਹੈਗੀ। ਪ੍ਰੋਸੈਸਿੰਗ ਕਰਕੇ ਆਪਣਾ ਮਾਰਕ ਲਗਾ ਕੇ ਵੇਚੋ। ਠੀਕ ਹੈ। ਹਾਂ, ਲੈਣ ਨੂੰ ਲੋਕੀ ਤਿਆਰ ਬੈਠੇ ਆ। ਜੇ ਲੋਕਾਂ ਨੂੰ ਪਤਾ ਹੋਵੇ ਚੰਗੀ ਚੀਜ਼ ਮਿਲਦੀ, ਹਰ ਇੱਕ ਕੋਈ ਲੈਂਦਾ। ਠੀਕ ਹੈ। ਉਹ ਵੀ ਆਪਾਂ ਖਰੀਦਦੇ ਹੀ ਹਾਂ, ਮਤਲਬ ਫਾਰਮਰ ਤਾਂ ਕਰਕੇ ਫੇਲ ਹੁੰਦਾ ਕਿਉਂਕਿ ਪ੍ਰੋਸੈਸਿੰਗ ਨਹੀਂ ਕਰ ਪਾਉਂਦਾ। ਹਾਂ, ਹਰੇਕ ਦੇ ਬਸ ਦੀ ਗੱਲ ਨਹੀਂ ਹੈਗੀ ਪ੍ਰੋਸੈਸਿੰਗ ਕਰਨਾ। ਮਗਰ ਜਦੋਂ ਸਰਕਾਰ FPO ਬਣਾ ਕੇ ਤੁਹਾਨੂੰ ਕਹਿ ਰਹੀ ਹੈ ਵੀ ਪ੍ਰੋਸੈਸਿੰਗ ਵਾਸਤੇ ਅਸੀਂ ਤੁਹਾਨੂੰ ਸਬਸਿਡੀ ਦਿੰਦੇ, ਹਰਿਆਣੇ 'ਚ ਤਾਂ 70% ਸਬਸਿਡੀ ਹੈਗੀ ਹਰ ਇੱਕ ਚੀਜ਼ ਦੀ। ਆਪਣੇ ਪੰਜਾਬ 'ਚ ਹਜੇ ਘੱਟ ਹੈਗੀ ਹੈ। ਮਗਰ ਜੇ ਸਬਸਿਡੀ 70% ਤੁਸੀਂ ਮਿਲ ਰਹੇ ਤਾਂ ਕੁਝ ਵੀ ਕੰਮ ਕਰ ਸਕਦੇ ਹੈਗੇ ਹੋ। ਨਾਬਾਰਡ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਉੱਤੇ, ਘੱਟ ਰੇਟ ਦੇ ਉੱਤੇ ਹੀ ਤੁਹਾਨੂੰ ਇੰਟਰਸਟ ਦੇ ਉੱਤੇ ਪੈਸਾ ਦਿੰਦਾ ਹੈ। ਇਹਦੇ ਤੁਸੀਂ ਕੰਮ ਕਰੋਗੇ ਤਾਂ ਹੀ ਕੁਝ ਬਣੂਗੀ। ਕੋਈ ਨਵੀਂ ਚੀਜ਼ ਲਿਆਓਗੇ ਤਾਂ ਹੀ ਸਰਕਾਰ ਨੂੰ ਕੁਝ ਕਹੋਗੇ ਵੀ ਸਾਨੂੰ ਇਹਦੇ ਵਿੱਚ ਸਬਸਿਡੀ ਦਾ ਕੁਝ ਕਰੋ। ਜੇ ਆਪਾਂ ਸਿਰਫ ਕਣਕ ਔਰ ਜੀਰੀ 'ਤੇ ਲੈ ਕੇ, ਜੀਰੀ ਦਾ ਤਾਂ ਇਹ ਹਾਲ ਹੈ ਜੀ। ਇੱਕ ਸਰਵੇ ਹੋਇਆ ਕਿ ਅਗਲੇ 10 ਸਾਲਾਂ ਬਾਅਦ ਪੰਜਾਬ ਦਾ ਪਾਣੀ ਹੀ ਮੁੱਕ ਜਾਣਾ ਹੈ। ਜਦੋਂ ਪਾਣੀ ਮੁੱਕ ਗਿਆ, ਜੀਰੀ ਨਾ ਹੋਈ ਤਾਂ MSP ਦਾ ਕੀ ਕਰੋਗੇ? ਤੇ ਫਿਰ ਜੀਰੀ ਪੈਦਾ ਨਹੀਂ ਤੇ ਫਿਰ ਕੁਝ ਹੋਰ ਤਾਂ ਕਰੋਗੇ।
ਉਸ ਤੋਂ ਇਹ ਵੀ ਤੁਸੀਂ 10-20% ਜਿਹੜੀ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਤੁਸੀਂ ਉਹਨੂੰ ਡਾਇਵਰਸੀਫਾਈ ਕਰ ਲਓ। ਹਾਰਟੀਕਲਚਰ ਡਿਪਾਰਟਮੈਂਟ ਕੋਲ ਚਲੇ ਜਾਓ, ਕਿਸੇ ਕੋਲ ਚਲੇ ਜਾਓ, ਸਬਸਿਡੀ ਤੁਹਾਨੂੰ ਮਿਲਦੀ ਹੈਗੀ ਹੈ ਜੇ ਕਰੋਗੇ ਤਾਂ। CM ਸਾਡੇ ਕੈਪਟਨ ਸਾਹਿਬ ਬੜੇ ਕਹਿੰਦੇ ਆ ਵੀ ਤੁਸੀਂ ਡਾਇਵਰਸੀਫਾਈ ਸਬਸਿਡੀ ਲਓ, ਮਗਰ ਲੋਕੀ ਕਰਨਗੇ, ਨਾਲ ਲੱਗਣਗੇ ਤਾਂ ਹੀ ਕੰਮ ਚੱਲੂਗਾ। ਭਵਿੱਖ ਤਾਂ ਹੁਣ ਰਿਫਾਰਮ 'ਚ ਹੀ ਹੈਗਾ, ਇਹ ਆਪਾਂ ਨੂੰ ਕੰਮ ਕਰਨਾ ਪੈਣਾ। ਤੇ ਅਮਰੂਦ ਦੇ ਤੁਸੀਂ ਕਿੰਨੀ ਜਗ੍ਹਾ 'ਚ ਲਾਇਆ ਹੈ, ਕਿੰਨੇ ਬੂਟੇ ਲੱਗੇ ਹੋਏ ਨੇ? ਇੱਕ ਤਾਂ ਵਧੀਆ ਨਿਕਲਿਆ ਹੋਇਆ ਪੂਰਾ। 250 ਬੂਟਾ ਪਿਛਲੇ ਸਾਲ ਲਾਇਆ ਸੀ, ਜੇ 50 ਕੁ ਮਰ ਗਏ। ਇਹ ਇਲਾਹਾਬਾਦੀ ਸਫੇਦਾ ਹੈ। ਅੱਛਾ ਜੀ। ਇਹ ਪਿਛਲੇ ਸਾਲ ਸਤੰਬਰ 'ਚ ਲੱਗਿਆ ਹੋਇਆ ਬੂਟਾ ਹੈ, 1 ਸਾਲ ਦਾ ਬੂਟਾ ਹੈ, ਮਤਲਬ ਕਿ ਹੋਇਆ 1.5 ਸਾਲ ਦਾ। ਤੇ ਬਰਸਾਤ 'ਚ ਇਹਦੇ 'ਚ ਆ ਗਈ ਸੀ ਫਸਲ ਥੋੜ੍ਹੀ ਜਿਹੀ, ਤੇ ਹੁਣ ਅਗਲੇ ਸਾਲ ਅਸੀਂ ਸਰਦੀਆਂ ਦੀ ਫਸਲ ਲਵਾਂਗੇ ਇਹਦੇ 'ਚ। ਕੋਈ ਇਹਦੇ 'ਚ ਹਜੇ ਥੋੜ੍ਹਾ ਜਿਹਾ ਬਚ ਗਿਆ ਹੈਗਾ। ਹਾਂਜੀ, ਕੋਰੇ ਕਰਕੇ ਇਹਦੀ ਡੈਮੇਜ ਜਿਹੜਾ ਹੈ ਕੋਰੇ ਕਰਕੇ ਹੋ ਗਿਆ। ਕੋਰਾ ਇੱਥੇ ਬਹੁਤ ਸਾਡੇ ਪੈਂਦਾ ਹੈ। ਤੇ ਪਿੱਛੇ ਵੀ ਤੁਸੀਂ ਕਾਫੀ ਜ਼ਿਆਦਾ ਉਧਰ ਬਣਾਇਆ ਹੋਇਆ ਫਾਰਮ, ਤੁਸੀਂ ਦੇਖ ਸਕਦੇ ਹੋ, ਚੰਗਾ ਵਧੀਆ। ਇੱਧਰ ਨਵੀਂ ਕੀ ਫਿਰ ਬਣਾ ਰਹੇ, ਕੰਸਟਰਕਸ਼ਨ ਹੋ ਰਹੀ ਹੈ? ਗਾਈਆਂ ਵਾਸਤੇ ਕੰਸਟਰਕਸ਼ਨ ਕੀਤੀ ਹੈਗੀ ਆ। ਗਾਈਆਂ ਕਰਕੇ ਹੈ ਤਾਂ ਜੀਵ ਅੰਮ੍ਰਿਤ ਬਣਾਇਆ, ਉਹਦੇ ਵਾਸਤੇ ਟੈਂਕ ਬਣਾ ਰਹੇ ਹੈਗੇ ਆ ਤਾਂ ਕਿ ਲਗਾਤਾਰ ਕੰਮ ਚੱਲੀ ਜਾਵੇ। ਤੇ ਗਊਮੂਤਰ ਇਕੱਠਾ ਕਰਨ ਵਾਸਤੇ ਅਸੀਂ ਇੱਕ ਟੈਂਕ ਬਣਾਇਆ ਹੈਗਾ, ਉਸ ਸਿਸਟਮ ਨਾਲ ਬਣਾਇਆ ਹੈਗਾ। ਗਲੀਆਂ ਨਾਲੀਆਂ ਨੂਲੀਆਂ ਬਣਾ ਕੇ ਗਊਮੂਤਰ ਇੱਕ ਪਾਸੇ ਇਕੱਠਾ ਹੁੰਦਾ, ਗੋਬਰ ਨਾਲ ਕਰਦੇ ਨਾਲ ਹੀ ਕੋਈ ਅਸੀਂ ਗੋਬਰ ਗੈਸ ਲਾਵਾਂਗੇ, ਉਹਦਾ ਵੀ ਅਸੀਂ ਯੂਜ਼ ਕਰਾਂਗੇ, ਕੰਪੋਸਟਿੰਗ ਕਰਾਂਗੇ। ਆਹ ਸਾਡੇ ਸਾਹਮਣੇ ਸਿਰਫ ਲੇਬਰ ਦਾ ਹੀ ਰਹਿਣ ਦਾ ਹੈਗਾ, ਟਰੈਕਟਰ ਤੇ ਲੇਬਰ ਦਾ ਹੀ ਹੈ। ਤੇ 2 ਗਾਈਆਂ ਰੱਖੀਆਂ ਉਹਨਾਂ ਦੇ ਹੈਗਾ। ਕੁਝ ਟੈਂਪਰੇਰੀ ਜਿਹੜੀ ਫਸਲ ਆਉਂਦੀ ਹੈ। ਉਹਦੇ ਪਿੱਛੇ ਜਿਹੜਾ ਸਾਰਾ ਤੁਹਾਡਾ ਉੱਤੇ ਬਣਿਆ ਹੋਇਆ ਉਹ ਸੋਲਰ ਦਾ? ਹਾਂ, ਉਹ ਸੋਲਰ ਸਿਸਟਮ ਹੀ ਹੈਗਾ ਸਾਡੇ ਕੋਲ, ਦੂਸਰੀ ਬਿਜਲੀ ਨਹੀਂ ਹੈਗੀ ਸਰਕਾਰੀ ਜਿਹੜੀ ਅਸੀਂ ਟਿਊਬਵੈੱਲ ਹੈਗਾ, ਆਪਣੇ ਸੋਲਰ ਨਾਲ ਹੀ ਸਾਰਾ ਕੰਮ ਚਲਾਉਂਦੇ ਹਾਂ। ਤੇ ਉਸ ਦੇ ਉੱਪਰ ਇੱਕ ਟੈਂਕ ਹੈਗਾ, ਵਾਟਰ ਟੈਂਕ ਬਹੁਤ ਵੱਡਾ ਅਸੀਂ ਬਣਾਇਆ ਹੈਗਾ ਡ੍ਰਿਪਸ ਵਾਸਤੇ, ਤਾਂ ਕਿ ਅਸੀਂ ਪਾਣੀ ਭਰ ਲਈਏ ਤੇ ਜਿਹੜਾ ਦਿਨ 'ਤੇ ਪਾਣੀ ਹੋ ਜਾਂਦਾ, ਰਾਤ ਨੂੰ ਵੀ ਡ੍ਰਿਪ ਚਲਾਉਣੀ ਹੈ ਤਾਂ ਉੱਥੇ 1 ਹਾਰਸ ਪਾਵਰ ਦੀ ਮੋਟਰ ਲਾ ਕੇ ਅਸੀਂ ਪੂਰੇ ਫਾਰਮ ਜਿੱਥੇ ਵੀ ਡ੍ਰਿਪ ਚਲਾਉਣੀ ਹੈ ਤੇ ਉਸ ਟੈਂਕ ਉਹ ਹੈਗਾ ਕੋਈ 70-80 ਹਜ਼ਾਰ ਲੀਟਰ ਦਾ ਟੈਂਕ ਹੈਗਾ। ਤੇ 70-80 ਹਜ਼ਾਰ ਪਰ ਡੇ ਬਹੁਤ ਹੁੰਦਾ ਜੀ ਪਾਣੀ, ਇਹਨਾਂ ਤਾਂ ਲੋੜ ਵੀ ਨਹੀਂ ਪੈਂਦੀ। ਸਹੀ ਗੱਲ ਹੈ, ਕਿਉਂਕਿ ਇੰਨੀ ਜਗ੍ਹਾ ਨੂੰ ਸਿੰਜਣਾ ਵੀ ਹੈ, ਜੇ ਆਪਾਂ ਇਰੀਗੇਟ ਕਰਨਾ ਆ ਤਾਂ ਇਹ ਜਗ੍ਹਾ ਦੇ ਉੱਤੇ ਡ੍ਰਿਪ ਤੋਂ ਬਿਨਾਂ ਦਾ ਕੰਮ ਔਖਾ ਹੈ ਕਾਮਯਾਬ ਕਰਨਾ। ਦੂਜੇ ਕਰ ਤਾਂ ਸਕਦੇ ਪਰ ਮਿਹਨਤ ਜ਼ਿਆਦਾ ਆਉਂਦੀ ਹੈ। ਜੇ ਤੁਹਾਡੇ ਕੋਲ 1 ਇੰਚ ਪਾਣੀ ਹੈ ਤੇ ਤੁਸੀਂ 12 ਤੋਂ 15 ਕਿੱਲੇ ਡ੍ਰਿਪ ਨਾਲ ਫਸਲ ਪਾਲ ਸਕਦੇ ਹੋ। ਤੇ ਫਿਰ ਆਪਾਂ ਨੂੰ ਇੰਨੀ ਜ਼ਿਆਦਾ ਹਾਰਸ ਪਾਵਰ ਦੀ ਲੋੜ ਨਹੀਂ ਹੈਗੀ ਵੀ ਆਪਾਂ 10 ਹਾਰਸ ਪਾਵਰ ਦੀ ਮੋਟਰ ਲਾਈਏ। ਇਹ ਸਿਰਫ ਸਾਡੀ 7.5 ਹਾਰਸ ਪਾਵਰ ਦੀ ਮੋਟਰ ਹੈ, 2.5 ਇੰਚ ਪਾਣੀ ਹੈ। 2.5 ਇੰਚ ਦਾ ਪਾਣੀ ਹੈ, ਮਤਲਬ ਕਿ 20 ਕਿੱਲਿਆਂ ਵਾਸਤੇ ਤਾਂ ਵਾਧੂ ਹੈ ਸਾਨੂੰ। ਉਹ ਵੀ ਅਸੀਂ ਹਮੇਸ਼ਾ ਨਹੀਂ ਚਲਾਉਂਦੇ, ਖੜੀ ਰਹਿੰਦੀ ਹੈ ਮੋਟਰ ਤਾਂ। ਕੀ ਕਰੀਏ, ਮਿਹਨਤ ਹੈ, ਜਿੰਨੀ ਜੇ ਕਰੂੰਗੇ ਉਨੀ ਘੱਟ ਹੈ। ਹਾਂਜੀ, ਮਿਹਨਤ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ। ਜੀ ਤੇ ਅਰਿੰਦਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਕਤ ਦੇਣ ਦੇ ਲਈ ਤੇ ਗੱਲਬਾਤ ਕਰਨ ਲਈ, ਬਹੁਤ ਧੰਨਵਾਦ। ਥੈਂਕ ਯੂ ਸਰ। ਸੋ ਇਸ ਨਾਲ ਸਾਡੇ ਨਾਲ ਸਰਦਾਰ ਹਰਿੰਦਰ ਸਿੰਘ ਜੀ, ਜੋ ਲੰਮੇ ਅਰਸੇ ਤੋਂ ਖੇਤੀ ਤੇ ਜੈਵਿਕ ਖੇਤੀ ਦੇ ਨਾਲ ਜੁੜੇ ਹੋਏ ਨੇ। ਕਾਫੀ ਮੁਸ਼ੱਕਤ ਦੇ ਨਾਲ ਜਿਹੜੀ ਜ਼ਮੀਨ ਜਿਹੜੀ ਆਬਾਦ ਕੀਤੀ ਹੋਈ ਹੈ ਇੱਥੇ, ਕਿਉਂਕਿ ਕਾਫੀ ਜ਼ਿਆਦਾ ਹਟਮੈ, ਕਨੈਕਟੀਵਿਟੀ ਬਹੁਤ ਘੱਟ ਹੈ, ਪਰ ਬੜੀ ਇਕਾਂਤ ਜੀ ਜਗ੍ਹਾ ਆ, ਸਕੂਨ ਮਿਲਦਾ ਮਨ ਨੂੰ। ਅਤੇ ਬਹੁਤ ਵਧੀਆ ਤਰੀਕੇ ਨਾਲ ਹਰ ਚੀਜ਼ ਹੈ ਜਿਹੜੀ ਮੈਨੇਜ ਕੀਤੀ ਹੋਈ ਹੈ। ਐਲੋਵੇਰਾ ਲਗਾਇਆ ਹੋਇਆ, ਅਮਰੂਦ, ਫਲਦਾਰ ਬੂਟੇ ਲੱਗੇ ਹੋਏ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਜ਼ਾਂ ਨੂੰ ਪ੍ਰੋਸੈਸਿੰਗ ਕਰਕੇ ਹੀ ਉਦੋਂ ਕਿਸਾਨ ਕਾਮਯਾਬ ਹੋ ਸਕਦਾ, ਜਦੋਂ ਉਹਨੂੰ ਸਹੀ ਉਦੋਂ ਹੀ ਮੁੱਲ ਮਿਲ ਸਕਦਾ। ਜਦ ਤੱਕ ਉਹ ਆਪਣੀ ਚੀਜ਼ ਨੂੰ ਪ੍ਰੋਸੈਸ ਕਰਕੇ ਮਾਰਕੀਟ 'ਚ ਨਹੀਂ ਲੈ ਕੇ ਆ ਸਕਦਾ। ਸੋ ਹੋਰਾਂ ਕਿਸਾਨਾਂ ਦੇ ਲਈ ਵੀ ਹਰਿੰਦਰ ਜੀ ਸੇਧ ਨੇ ਕਿ ਆਪਾਂ ਖੇਤੀ ਦੇ ਵਿੱਚ ਕੇਵਲ ਕਣਕ ਝੋਨੇ ਨੂੰ ਛੱਡ ਕੇ ਡਾਇਵਰਸਿਟੀ ਜਿਹਦੇ ਵਿੱਚ ਬਦਲਾਅ ਲੈ ਕੇ ਆਈਏ, ਤਾਂ ਹੀ ਜਿਹੜੀ ਅੱਜ ਦੀ ਕਿਸਾਨੀ ਨੂੰ ਅਸੀਂ ਕਾਮਯਾਬ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਇੱਕ ਹੋਰ ਅੰਦਾਤਾ ਪ੍ਰੋਗਰਾਮ ਦੇ ਵਿੱਚ ਇੱਕ ਸਫਲ ਕਿਸਾਨ ਦੇ ਨਾਲ ਤੁਹਾਡੀ ਫਿਰ ਤੋਂ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।